ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਹਮਣੇ ਆਪਣੇ ਦਿਲ ਦਾ ਇੱਕ ਵਲਵਲਾ ਸਾਂਝਾ ਕਰਨਾ ਚਾਹੁੰਦਾ। ਇੱਥੇ ਅਸੀਂ ਅੱਜ ਗੱਦੀ ਬਾਬਿਆਂ ਦੀ ਧਰਤੀ ਤੇ ਇਕੱਠੇ ਹੋਏ ਹਾਂ। ਦਮਦਮੀ ਟਕਸਾਲ ਜਿਹੜੀ ਸ਼ਹੀਦਾਂ ਦੀ ਸਰਮੌਰ ਜਥੇਬੰਦੀ ਹੈ, ਉਹਦਾ ਇਹ ਅਸਥਾਨ ਆ। ਤੇ ਇੱਥੇ ਪੰਥ ਦੇ ਬਹੁਤ ਹੀ ਵਿਦਵਾਨ ਤੇ ਗਿਆਨੀ ਸੱਜਣ ਜੁੜੇ ਹੋਏ ਆ। ਸੋ ਮੇਰਾ ਥੋੜਾ ਜਿਹਾ ਦਿਲ ਡਰ ਰਿਹਾ ਕਿ ਮੈਨੂੰ ਮੇਰੀ ਸਮਝ ਇੰਨੀ ਡੂੰਘੀ ਨਹੀਂ ਗੀ ਕਿ ਮੈਂ ਇਹੋ ਜਿਹੀ ਵਿਦਵਾਨ ਸੰਗਤ ਦੇ ਸਾਹਮਣੇ ਕੋਈ ਵਿਚਾਰ ਆਪਦੇ ਰੱਖ ਸਕਾਂ। ਸੋ ਇਸ ਕਰਕੇ ਮੇਰਾ ਥੋੜਾ ਜਿਹਾ ਇਹ ਮੇਰੀ ਬੇਨਤੀ ਹੈ ਵੀ ਜਿਹੜੇ ਮੈਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਲੱਗੂੰਗਾ, ਆਸ ਕਰਦਾ ਵੀ ਤੁਹਾਨੂੰ ਉਹਨਾਂ ਚੋਂ ਕੋਈ ਗੱਲ ਆ ਜਿਹੜੀ ਚੰਗੀ ਲੱਗੂਗੀ। ਜਿਵੇਂ ਡਾਕਟਰ ਗੁਰਤੇਜ ਸਿੰਘ ਜੀ ਚੀਮਾ ਕਹਿ ਕੇ ਗਏ ਆ ਕਿ ਰਾਜਸੀ ਸ਼ਕਤੀ ਹੈ ਉਹ ਜਿਹੜੀਆਂ ਕੌਮਾਂ ਦੇ ਭਵਿੱਖ ਵਾਸਤੇ, ਉਹਨਾਂ ਦੇ ਸਰਵਾਈਵਲ ਵਾਸਤੇ ਸਭ ਤੋਂ ਵੱਡੀ ਇੱਕ ਚੀਜ਼ ਹੁੰਦੀ ਹੈ। ਜਿੰਨਾ ਚਿਰ ਰਾਜਸੀ ਸ਼ਕਤੀ ਪ੍ਰਾਪਤ ਨਹੀਂ ਹੁੰਦੀ, ਉਹਨਾਂ ਚਿਰ ਕੌਮ ਦਾ ਸਰਵਾਈਵਲ ਆ ਜਿਹੜਾ ਉਹ ਖਤਰੇ 'ਚ ਹੀ ਰਹਿਣਾ ਹਮੇਸ਼ਾ। ਸੋ ਰਾਜਸੀ ਸ਼ਕਤੀ ਨਾ ਹੋਣ ਕਾਰਨ ਜਿਹੜਾ ਆਪਣਾ ਮੈਨੂੰ ਬੇਨਤੀ ਕੀਤੀ ਗਈ ਜਿਹੜੇ ਵਿਸ਼ੇ ਦੀ, ਉਹ ਇਹ ਹੈ ਕਿ ਰਾਜਸੀ ਸ਼ਕਤੀ ਜਦੋਂ ਨਹੀਂ ਰਹਿੰਦੀ ਤਾਂ ਉਦੋਂ ਜਿਹੜੀਆਂ ਪੰਥ ਦੀਆਂ ਪੁਰਾਤਨ ਸੰਸਥਾਵਾਂ ਨੇ, ਜਿਵੇਂ ਦਮਦਮੀ ਟਕਸਾਲ ਆ, ਉਹਨਾਂ ਦਾ ਰੋਲ ਕੀ ਹੋਣਾ ਚਾਹੀਦਾ ਪੰਥ ਨੂੰ ਬਚਾਉਣ ਦੇ ਵਿੱਚ ਤੇ ਪੰਥ ਨੂੰ ਅੱਗੇ ਤੋਰਨ ਦੇ ਵਿੱਚ। ਸੋ ਬੇਨਤੀ ਇਹ ਆ ਕਿ ਰਾਜਸੀ ਸ਼ਕਤੀ ਜਦੋਂ ਨਹੀਂ ਰਹਿੰਦੀ ਪੰਥ ਕੋਲੇ, ਜਿਵੇਂ ਹੁਣ ਰਾਜਨੀਤਿਕ ਸ਼ਕਤੀ ਸਿੱਖਾਂ ਕੋਲੇ ਹੈ ਨਹੀਂ ਗੀ, ਸੋ ਪੰਥ ਇੱਕ ਖੰਡੀ ਹੋਈ ਅਵਸਥਾ 'ਚ ਗੁਜ਼ਰ ਰਿਹਾ। ਅੱਜ ਪੰਥ ਜਿਹੜਾ ਉਹ ਸੰਯੁਕਤ ਅਵਸਥਾ 'ਚ ਨਹੀਂਗਾ, ਖਿੰਡੀ ਹੋਈ ਅਵਸਥਾ 'ਚ ਹੈ। ਤਾਂ ਉਹਦੇ ਨਾਲ ਕੱਲਾ ਇਹ ਨਹੀਂ ਹੁੰਦਾ ਕਿ ਸਾਡੇ ਕੋਲੇ ਤਾਕਤ ਹੈ ਨਹੀਂ ਗੀ, ਸਾਡੇ ਕੋਲੇ ਪਾਵਰ ਹੈ ਨਹੀਂ ਗੀ, ਸਾਡੇ ਕੋਲੇ ਸੱਤਾ ਹੈ ਨਹੀਂ ਗੀ, ਉਹਦੇ ਮਾਨਸਿਕ ਪ੍ਰਭਾਵ ਵੀ ਪੈਂਦੇ ਆ ਪੰਥ ਤੇ। ਤੋਂ ਉਹਦੇ ਨਾਲ ਕੌਮਾਂ ਦੇ ਸੁਭਾਅ ਬਦਲ ਜਾਂਦੇ ਜਦੋਂ ਰਾਜਸੀ ਸ਼ਕਤੀ ਨਹੀਂ ਰਹਿੰਦੀ। ਸੋ ਉਹ ਸੁਭਾਵਾਂ ਦੇ ਵਿੱਚ ਕੀ ਤਬਦੀਲੀ ਆਉਂਦੀ ਆ ਤੇ ਕਿਵੇਂ ਉਹਦੇ ਤੋਂ ਸੁਚੇਤ ਰਹਿਣਾ ਚਾਹੀਦਾ ਸਾਨੂੰ, ਤੇ ਕੀ ਉਹਦੇ ਲਈ ਕਰਨਾ ਚਾਹੀਦਾ, ਉਹਦਾ ਟਾਕਰਾ ਕਿਵੇਂ ਕਰਨਾ ਚਾਹੀਦਾ, ਇਹਦੇ ਬਾਰੇ ਮੈਂ ਕੁਝ ਬੇਨਤੀਆਂ ਕਰੂੰਗਾ। ਸੋ ਗੱਲ ਇਹ ਆ ਕਿ ਜਿਹੜੇ ਪ੍ਰਮੁੱਖ ਰੂਪ ਦੇ ਵਿੱਚ ਦੋ ਤਰ੍ਹਾਂ ਦੇ ਪ੍ਰਭਾਵ ਪੈਂਦੇ ਆ ਰਾਜਸੀ ਸ਼ਕਤੀ ਨਾ ਹੋਣ ਦੇ। ਇੱਕ ਪ੍ਰਭਾਵ ਹੁੰਦੇ ਆ ਬਾਹਰੀ ਤੇ ਦਿਸਦੇ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਦਿਸਦੇ ਪ੍ਰਭਾਵ। ਇੱਕ ਹੁੰਦੇ ਆ ਅਣਦਿਸਦੇ, ਜਿਹੜੇ ਦਿਸਦੇ ਨਹੀਂ, ਜਿਹੜੇ ਮਹਿਸੂਸ ਨਹੀਂ ਕੀਤੇ ਜਾਂਦੇ, ਜਿਨ੍ਹਾਂ ਨੂੰ ਵੇਖਣ ਵਾਸਤੇ ਬਹੁਤ ਗਹਿਰੀ ਸਮਝ ਚਾਹੀਦੀ ਹੁੰਦੀ ਆ, ਅਦਰਵਾਈਜ਼ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾਗਾ। ਤੇ ਕੌਮ ਦਾ ਕਈ ਵਾਰੀ ਵਹਿਣ ਹੀ ਬਦਲ ਜਾਂਦਾ ਤੇ ਕੌਮ ਨੂੰ ਪਤਾ ਵੀ ਨਹੀਂ ਲੱਗਦਾ। ਸੋ ਜਿਹੜੇ ਦਿਸਦੇ ਪ੍ਰਭਾਵ ਆ ਉਹਨਾਂ ਦੀ ਅੱਜ ਆਪਾਂ ਘੱਟ ਗੱਲ ਕਰਨੀ ਆ, ਜਿਹੜੇ ਅਣਦਿਸਦੇ ਪ੍ਰਭਾਵ ਆ ਉਹਨਾਂ ਦੀ ਆਪਾਂ ਜ਼ਿਆਦਾ ਗੱਲ ਕਰਨੀ। ਜਿਹੜੇ ਦਿਸਦੇ ਪ੍ਰਭਾਵ ਹੁੰਦੇ ਆ ਉਹਨਾਂ 'ਚ ਆਉਂਦੇ ਆ ਰਾਜਨੀਤਿਕ ਤੇ ਸੱਭਿਆਚਾਰ। ਦੋ ਤਰ੍ਹਾਂ ਦੇ ਦਿਸਦੇ ਪ੍ਰਭਾਵ ਆ, ਜਿਨ੍ਹਾਂ ਦਾ ਬਾਹਰੋਂ ਪਤਾ ਲੱਗਦਾ, ਜਿਨ੍ਹਾਂ ਦਾ ਵੇਖੇ ਤੋਂ ਹੀ ਪਤਾ ਲੱਗ ਜਾਂਦਾ, ਰਾਜਨੀਤਿਕ ਤੇ ਸੱਭਿਆਚਾਰਕ। ਸੋ ਰਾਜਨੀਤਿਕ ਪ੍ਰਭਾਵ ਕੀ ਆ? ਸੁਤੰਤਰ ਸ਼ਕਤੀ ਨਾ ਹੋਣ ਦਾ ਰਾਜਨੀਤਿਕ ਪ੍ਰਭਾਵ ਕੀ ਆ? ਉਹਦੇ ਨਾਲ ਕੀ ਹੁੰਦਾ ਕਿ ਪੰਥ ਆਪਦੀ ਆਜ਼ਾਦ ਹਸਤੀ ਦਾ ਪ੍ਰਗਟਾਵਾ ਕਰਨ ਤੋਂ ਤਰਬਗਣ ਲੱਗ ਪੈਂਦਾ। ਜਿਵੇਂ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਪੰਜਾਬ ਤੇ, ਤਾਂ ਕਈ ਸਿੱਖ ਜਿਹੜੇ ਅੰਦਰੋਂ ਗੁਲਾਮ ਹੋ ਚੁੱਕੇ ਸੀ, ਉਹ ਰਾਜ ਕਰੇਗਾ ਖਾਲਸਾ ਦਾ ਨਾਅਰਾ ਲਾਉਣਾ, ਉਹਨਾਂ ਨੇ ਦਾ ਦੋਹਰਾ ਪੜ੍ਹਨਾ ਬੰਦ ਕਰਤਾ ਅਰਦਾਸ 'ਚ, ਅੰਗਰੇਜ਼ਾਂ ਤੋਂ ਡਰ ਕੇ। ਕਿਉਂਕਿ ਅੰਗਰੇਜ਼ ਆ ਜਿਹੜੇ ਉਹਨਾਂ ਵਾਸਤੇ ਸਭ ਤੋਂ ਵੱਡਾ, ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਗਏ, ਸਭ ਤੋਂ ਵੱਡੀ ਟੱਕਰ ਆ ਜਿਹੜੀ ਉਹਨਾਂ ਨੂੰ ਸਿੱਖਾਂ ਵੱਲੋਂ ਦਿੱਤੀ ਗਈ। ਤੇ ਜਿੰਨਾ ਚਿਰ ਉਹਨਾਂ ਨੇ ਹਿੰਦੁਸਤਾਨ ਤੇ ਰਾਜ ਕੀਤਾ, ਉਹਨਾਂ ਚਿਰ ਸਿੱਖਾਂ ਤੋਂ ਡਰ ਕੇ ਰਹਿੰਦੇ ਰਹੇ। ਇਸ ਕਰਕੇ ਉਹਨਾਂ ਦੀ ਹਰ ਕੋਸ਼ਿਸ਼ ਸੀ ਕਿ ਸਿੱਖਾਂ ਦੀ ਆਜ਼ਾਦ ਹਸਤੀ ਕਿਸੇ ਵੀ ਹਾਲਤ ਦੇ ਵਿੱਚ ਇਹ ਸਾਹਮਣੇ ਨਹੀਂ ਆਉਣੀ ਚਾਹੀਦੀ। ਇਹ ਜਿੰਨਾ ਇਹਨੂੰ ਦਬਾ ਕੇ ਰੱਖਿਆ ਜਾਵੇ ਉਨੀ ਹੀ ਚੰਗੀ ਗੱਲ ਹੈ। ਸੋ ਜਿਹੜੀ ਰਾਜਨੀਤਿਕ ਦਬਾਅ ਜਿਹੜਾ ਗੁਲਾਮ ਕੌਮ ਦੇ ਉੱਤੇ, ਉਹਦਾ ਇੱਕ ਰੂਪ ਜਿਵੇਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਦੀ ਨਿਕਲਦਾ ਕਿ ਕੌਮ ਆਪਣੀ ਸੁਤੰਤਰ ਹਸਤੀ ਦਾ ਪ੍ਰਗਟਾਵਾ ਕਰਨੋਂ ਡਰਨ ਲੱਗ ਜਾਂਦੀ। ਸੋ ਇਹ ਬਹੁਤ ਅਹਿਮ ਗੱਲ ਆ। ਦੂਸਰੀ ਕਿਸਮ ਦਾ ਜਿਹੜਾ ਦਿਸਦਾ ਪ੍ਰਭਾਵ ਪੈਂਦਾ ਗੁਲਾਮੀ ਦਾ, ਉਹ ਹੁੰਦਾ ਸੱਭਿਆਚਾਰ। ਸੋ ਸੱਭਿਆਚਾਰਕ ਪ੍ਰਭਾਵ ਕੀ ਆ? ਉਹਦੀ ਮਿਸਾਲ ਅੱਜ ਦਾ ਪੰਜਾਬ ਹੈ ਤੇ ਖਾਸ ਕਰਕੇ ਅੱਜ ਦੇ ਪੰਜਾਬ ਦਾ ਨੌਜਵਾਨ। ਸੱਭਿਆਚਾਰਕ ਦਬਾਅ ਦੇ ਹੇਠ ਆਈ ਹੋਈ ਕੌਮ ਆ ਜਿਹੜੀ, ਉਹ ਆਪਦਾ ਪਹਿਰਾਵਾ, ਰੰਗ ਰੂਪ
ਤੇ ਬੋਲੀ ਤੇ ਰਸਮੋ ਰਿਵਾਜ, ਇਹ ਤਿੰਨ ਚੀਜ਼ਾਂ ਬਦਲਣ ਲੱਗ ਪੈਂਦੀਆਂ। ਜਿਵੇਂ ਹੁਣ ਜੇ ਅੱਜ ਕੱਲ੍ਹ ਦੇ ਪੰਜਾਬ ਦੇ ਉੱਤੇ ਨਿਗਾਹ ਮਾਰੀ ਜਾਵੇ ਤਾਂ ਬਹੁਤੇ ਜਿਹੜੇ ਸਾਡੇ ਨੌਜਵਾਨ ਨੇ ਉਹ ਸਿੱਖੀ ਸਰੂਪ ਨੂੰ ਤਲਾਂਜਲੀ ਦੇ ਚੁੱਕੇ ਨੇ। ਕਿਉਂਕਿ ਉਹ ਇਸ ਰਾਜਨੀਤਿਕ ਦਬਾਅ ਦੇ ਹੇਠ ਜਿਉ ਰਹੇ ਨੇ। ਸੋ ਉਸ ਰਾਜਨੀਤਿਕ ਦਬਾਅ ਦਾ ਸੱਭਿਆਚਾਰਕ ਪੱਖ ਤੋਂ ਜਿਹੜਾ ਪ੍ਰਭਾਵ ਨਿਕਲਦਾ, ਉਹਦੇ 'ਚ ਬੰਦੇ ਦਾ ਜਿਹੜਾ ਸਰੂਪ ਹੈ ਉਹ ਬਦਲਦਾ ਪਹਿਲਾਂ, ਫਿਰ ਬੋਲੀ ਬਦਲਦੀ ਹੈ ਤੇ ਫਿਰ ਜਿਹੜੇ ਰੀਤੀ ਰਿਵਾਜ ਵੀ ਬਦਲਣ ਲੱਗ ਜਾਂਦੇ ਆ। ਜਿਵੇਂ ਸਿੱਖੀ ਸਰੂਪ ਨੂੰ ਤਲਾਂਜਲੀ ਦੇਣਾ, ਤੇ ਇਹ ਗੱਲ। ਦੂਸਰੀ ਗੱਲ ਜਿਹੜੀ ਬੋਲੀ ਦੀ ਆ, ਉਹ ਪੰਜਾਬ ਦੇ ਵਿੱਚ ਜਿਹੜਾ ਖਾਸ ਕਰਕੇ ਸਿੱਖਾਂ ਦਾ ਸ਼ਹਿਰੀ ਵਰਗ ਹੈ ਉਹਦੇ ਵਿੱਚ ਹਿੰਦੀ ਤੇ ਅੰਗਰੇਜ਼ੀ ਨੂੰ ਪੰਜਾਬੀ ਨਾਲੋਂ ਤਰਜੀਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਮੰਨਿਆ ਜਾਂਦਾ ਕਿ ਹਿੰਦੀ ਜਾਂ ਅੰਗਰੇਜ਼ੀ ਬੋਲਣ ਵਾਲਾ ਬੰਦਾ ਜਿਹੜਾ ਉਹ ਜ਼ਿਆਦਾ ਪੜ੍ਹਿਆ ਲਿਖਿਆ ਤੇ ਜ਼ਿਆਦਾ ਸੂਝਵਾਨ ਹੈ, ਤੇ ਪੰਜਾਬੀ ਬੋਲਣ ਵਾਲਾ ਜਿਹੜਾ ਬੰਦਾ ਉਹ ਉਜੜ ਹੈ। ਸੋ ਇਹ ਇੱਕ ਪ੍ਰਭਾਵ ਹੁੰਦਾ ਸੱਭਿਆਚਾਰਕ। ਤੇ ਰੀਤੀ ਰਿਵਾਜ ਆ ਜਿਹੜੇ ਉਹ ਹਜੇ ਸਿੱਖਾਂ ਦੇ ਵਿੱਚ ਸ਼ੁਰੂ ਹੀ ਹੋਏ ਆ। ਜਿਵੇਂ ਵਿਆਹ ਦੀਆਂ ਰਸਮਾਂ ਜਿਹੜੀਆਂ ਉਹਦੇ ਵਿੱਚ ਬਹੁਤ ਜ਼ਿਆਦਾ ਵਿਗਾੜ ਪੈਣ ਲੱਗ ਗਏ, ਨਵੇਂ ਤੌਰ ਤਰੀਕੇ ਆਉਣ ਨਾਲ। ਜਿਵੇਂ ਮੈਰਿਜ ਪੈਲਸਾਂ ਦੇ ਵਿੱਚ ਵਿਆਹ ਹੋਣ ਦੇ ਨਾਲ ਉਹ ਵਿਆਹ ਦਾ ਸਾਰਾ ਜਿਹੜਾ ਇੱਕ এনवायरमेंट ਹੁੰਦਾ ਟ੍ਰੈਡੀਸ਼ਨਲ ਸੈਰੇਮਨੀ ਦਾ, ਉਹ ਤਬਾਹ ਹੋਣ ਲੱਗ ਗਿਆ। ਸੋ ਇਹ ਦੋ ਕਿਸਮ ਦੇ ਪ੍ਰਭਾਵ ਆ ਜਿਹੜੇ ਜਿਨ੍ਹਾਂ ਦੀ ਆਪਾਂ ਬਹੁਤੀ ਗੱਲ ਨਹੀਂ ਸੁਣੀਗੀ। ਸੋ ਜਿਹੜਾ ਡਾਇਸਪੋਰਾ ਇੱਥੇ ਆਪਾਂ ਰਹਿ ਰਹੇ ਹਾਂ ਪੱਛਮੀ ਧਰਤੀ ਤੇ, ਇੱਥੇ ਵੀ ਇਹੋ ਜਿਹੇ ਸੱਭਿਆਚਾਰਕ ਪ੍ਰਭਾਵ ਆ ਜਿਹੜੇ ਉਹ ਬਹੁਤ ਜ਼ਿਆਦਾ ਮਾਰੂ ਅਸਰ ਰੱਖ ਰਹੇ ਆ। ਤੇ ਖਾਸ ਕਰਕੇ ਸਭ ਤੋਂ ਵੱਧ ਜਿਹੜਾ ਅਸਰ ਹੋ ਰਿਹਾ ਉਹ ਬੋਲੀ ਤੇ ਹੋ ਰਿਹਾ। ਜਿਹੜਾ ਵੀ ਪਰਿਵਾਰ ਪੰਜਾਬ ਤੋਂ ਹਿਜਰਤ ਕਰਕੇ ਇੱਥੇ ਆਉਂਦਾ, ਉਹਦੀ 2 ਪੀੜ੍ਹੀਆਂ ਬਾਅਦ ਉਹਦੇ ਬੱਚੇ ਆ ਜਿਹੜੇ ਉਹ ਬੋਲੀ ਤੋਂ ਲਗਭਗ ਮੈਜੋਰਟੀ 70-75% ਬੋਲੀ ਤੋਂ ਟੁੱਟ ਜਾਂਦੇ ਆ। ਸੋ ਅੱਜ ਸਾਡੇ ਸਾਹਮਣੇ ਇਹ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਪਰ ਜਿਹੜੀ ਗੱਲ ਅੱਜ ਆਪਾਂ ਕਰਨੀ ਹੈ ਉਹ ਇਹਨਾਂ ਦਿਸਦੇ ਪ੍ਰਭਾਵਾਂ ਦੀ ਨਹੀਂ, ਰਾਜਨੀਤਿਕ ਤੇ ਸੱਭਿਆਚਾਰਕ ਪ੍ਰਭਾਵਾਂ ਦੀ ਨਹੀਂ, ਅਣਦਿਸਦੇ ਪ੍ਰਭਾਵਾਂ ਦੀ ਕਰਨੀ ਹੈ। ਜਿਹੜਾ ਅਣਦਿਸਦੇ ਪ੍ਰਭਾਵ ਆ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਆ। ਤੇ ਉਹ ਜਦੋਂ ਉਹਨਾਂ ਦਾ ਇੱਕ ਤਾਂ ਇਹ ਪਹਿਲੂ ਹੈ ਕਿ ਉਹਨਾਂ ਦਾ ਕੌਮ ਨੂੰ ਪਤਾ ਨਹੀਂ ਲੱਗਦਾ ਕਿ ਪ੍ਰਭਾਵ ਪੈ ਵੀ ਰਹੇ ਆ। ਜਿਵੇਂ ਸੱਭਿਆਚਾਰਕ ਪ੍ਰਭਾਵ ਆ, ਮੁੰਡੇ ਕੇਸ ਕਤਲ ਕਰਾਈ ਜਾਂਦੇ ਆ, ਸਾਰਿਆਂ ਨੂੰ ਪਤਾ, ਸਾਨੂੰ ਪਤਾ ਸਾਰਿਆਂ ਨੂੰ। ਸੋ ਪ੍ਰਚਾਰਕ ਉਹਦੇ ਤੋਂ ਸੁਚੇਤ ਵੀ ਆ ਤੇ ਕੋਸ਼ਿਸ਼ ਵੀ ਕਰਦੇ ਆ, ਸਾਨੂੰ ਦਿਸ ਰਿਹਾ। ਭਾਵੇਂ ਅਸੀਂ ਬਹੁਤਾ ਨਹੀਂ ਕਰ ਸਕਦੇ ਉਹਦੇ ਸੰਬੰਧ 'ਚ ਕੁਝ, ਪਰ ਫਿਰ ਵੀ ਖਤਰਾ ਸਾਨੂੰ ਦਿਸ ਰਿਹਾ। ਜਿਹੜੇ ਅਣਦਿਸਦੇ ਪ੍ਰਭਾਵ ਹੁੰਦੇ ਆ ਉਹਨਾਂ ਦਾ ਸਭ ਤੋਂ ਵੱਡੀ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ। ਤੇ ਦੂਸਰੀ ਗੱਲ ਇਹ ਹੈ ਕਿ ਉਹਨਾਂ ਦਾ ਮਾਰੂ ਪ੍ਰਭਾਵ ਆ ਜਿਹੜਾ ਉਹ ਸਦੀਆਂ ਤੱਕ ਜਾਂਦਾ। ਉਹ ਕਈ ਵਾਰੀ ਉਹਦਾ ਪ੍ਰਭਾਵ ਇੰਨਾ ਖਤਰਨਾਕ ਹੁੰਦਾ ਕਿ ਉਹਦਾ ਅਸਰ ਸਦੀਆਂ ਤੱਕ ਰਹਿੰਦਾ। ਪੰਥ ਦਾ ਇਤਿਹਾਸ ਹੀ ਸਾਰਾ ਜਿਹੜਾ ਨਵਾਂ ਮਹਿਣ ਆ ਜਿਹੜਾ ਉਹ ਅਖਤਿਆਰ ਕਰ ਸਕਦਾ ਇਹਨਾਂ ਪ੍ਰਭਾਵਾਂ ਦੇ ਹੇਠ। ਸੋ ਉਹ ਅਣਦਿਸਦੇ ਪ੍ਰਭਾਵ ਕੀ ਆ? ਅਣਦਿਸਦੇ ਪ੍ਰਭਾਵ ਵੀ 2 ਤਰ੍ਹਾਂ ਦੇ ਆ। ਪਹਿਲੇ ਪ੍ਰਭਾਵ ਆ ਜਿਹੜੇ ਉਹ ਹੈਗੇ ਭਾਵਨਾਤਮਕ। ਸੋ ਭਾਵਨਾਤਮਕ ਪ੍ਰਭਾਵਾਂ ਤੋਂ ਕੀ ਭਾਵ ਆ ਕਿ ਜਦੋਂ ਆਪਾਂ ਕਹਿੰਦੇ ਆ ਕਿ ਅਸੀਂ ਸਿੱਖ ਹਾਂ ਤਾਂ ਉਹਦਾ ਭਾਵ ਕੀ ਆ? ਅਸੀਂ ਉਹਦਾ ਕੀ ਭਾਵ ਆ ਕਿ ਸਿੱਖ ਕੌਣ ਆ? ਸੋ ਇੱਕ ਤਾਂ ਜਿਹੜੀ ਜੇ ਬਾਹਰੀ ਰੂਪ ਦੇ ਵਿੱਚ ਵਿਆਖਿਆ ਕਰਨੀ ਹੋਵੇ, ਜਿਹੜਾ ਬੰਦਾ ਰਹਿਤ ਦਾ ਧਾਰ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਸਿੱਖ ਹੈ। ਜੇ ਇੱਕ ਹੋਰ ਵਿਆਖਿਆ ਕਰਨੀ ਹੋਵੇ ਤਾਂ ਸਿੱਖ ਹੈ ਜਿਹੜਾ ਉਹਦੇ ਨਾਲ ਹੀ ਸਿੱਖ ਦਾ ਇੱਕ ਗੁਰੂ ਨਾਲ ਬਹੁਤ ਹੀ ਆਤਮਿਕ ਰਿਸ਼ਤਾ, ਬਹੁਤ ਡੂੰਘੀ ਭਾਵਨਾਤਮਕ ਸਾਂਝ ਆ। ਜਿਵੇਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਪਿਛਲੇ ਸਾਲ ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ ਤਾਂ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਪਰ ਜਿਹੜੇ ਲੋਕ ਜਿਹੜੇ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲੈ ਕੇ ਜਿਹੜੇ ਭਾਵਨਾਤਮਕ ਤੌਰ ਤੇ ਟੁੱਟ ਚੁੱਕੇ ਸੀ ਗੁਰੂ ਨਾਲੋਂ, ਉਹਨਾਂ ਨੇ ਉਹਦੀ ਪੀੜ ਨਹੀਂ ਮਹਿਸੂਸ ਕੀਤੀ। ਉਹਨਾਂ ਨੇ ਹੋਰ ਕਿਸਮ ਦੇ ਤਰਕ ਦੇਣੇ ਸ਼ੁਰੂ ਕਰਤੇ। ਉਹਨਾਂ ਨੇ ਹੋਰ ਹੀ ਗੱਲਾਂ ਬਣਾਉਣੀਆਂ ਸ਼ੁਰੂ ਕਰਤੀਆਂ ਕਿ ਨਹੀਂ ਜੀ ਇਹ ਤਾਂ ਪਤਾ ਨਹੀਂ ਇਹਦੇ ਪਿੱਛੇ ਕਿਸਾਨਾਂ ਦੇ ਸੰਘਰਸ਼ ਨੂੰ ਤੋਂ ਧਿਆਨ ਪਾਸੇ ਹਟਾਉਣ ਦੀ ਚਾਲ ਸੀ ਜਾਂ ਕੋਈ ਹੋਰ ਗੱਲ ਸੀ, ਇਹਦੇ ਪਿੱਛੇ ਕੋਈ ਹੋਰ ਚਾਲ ਚੱਲੀ ਜਾ ਰਹੀ ਹੈ। ਉਹ ਪੀੜ ਨਹੀਂ ਸੀ ਮਹਿਸੂਸ ਕਰਦੇ, ਉਹਦੀ ਕਿਸੇ ਨਾ ਕਿਸੇ ਢੰਗ ਦੀ ਰੈਸ਼ਨਲਾਈਜੇਸ਼ਨ ਦੇ ਰਹੇ ਸੀ। ਸੋ ਜਿਹੜਾ ਬੰਦਾ ਇਹਨਾਂ ਘਟਨਾਵਾਂ ਨੂੰ ਰੈਸ਼ਨਲਾਈਜ਼ ਕਰਦਾ, ਕੋਈ ਹੋਰ ਵਿਆਖਿਆ ਕਰਦਾ ਇਹਨਾਂ ਘਟਨਾਵਾਂ ਦੀ, ਉਹ ਬੰਦੇ ਦੀ ਪ੍ਰੋਬਲਮ ਇਹ ਹੈ ਕਿ ਉਹ ਗੁਰੂ ਨਾਲੋਂ ਭਾਵਨਾਤਮਕ ਤੌਰ ਤੇ ਟੁੱਟ ਚੁੱਕਿਆ। ਉਹਦਾ ਰਿਸ਼ਤਾ ਜਿਹੜਾ ਉਹ ਹਿਰਦੇ ਦਾ ਰਿਸ਼ਤਾ ਨਹੀਂ ਰਿਹਾ, ਉਹਦਾ ਰਿਸ਼ਤਾ ਜਿਹੜਾ ਉਹ ਦੂਰ ਹੋ ਗਿਆ ਆਤਮਿਕ ਤੌਰ ਤੇ ਗੁਰੂ ਨਾਲੋਂ। ਸੋ ਇੱਕ ਤਾਂ ਪ੍ਰਭਾਵ ਇਹ ਹੁੰਦਾ ਜਿਹੜਾ ਅਣਦਿਸਦਾ ਹੁੰਦਾ, ਤੇ ਇਹਦੇ ਬਹੁਤ ਜ਼ਿਆਦਾ ਮਾਰੂ ਪ੍ਰਭਾਵ ਪੈਂਦੇ ਆ ਪੰਥ ਤੇ।
ਤੇ ਜਿਹਦੀ ਬਹੁਤੀ ਗੱਲ ਆਪਾਂ ਕਰਨੀ ਹੈ, ਜਿਹੜਾ ਇੱਕ ਹੋਰ ਅਣਦਿਸਦਾ ਪ੍ਰਭਾਵ ਹੁੰਦਾ, ਜਿਹੜਾ ਕਿ ਬਹੁਤ ਹੀ ਸਭ ਤੋਂ ਵੱਧ ਡੇਂਜਰਸ ਆ ਤੇ ਜਿਹਦੇ ਬਾਰੇ ਸਿੱਖ ਮੇਰੇ ਖਿਆਲ 'ਚ ਸਭ ਤੋਂ ਵੱਧ ਅਵੇਸਲੇ ਆ, ਉਹ ਗੱਲ ਹੈਗੀ ਆ ਕਿ ਉਹ ਪ੍ਰਭਾਵ ਹੁੰਦੇ ਆ ਬੌਧਿਕ ਤੋਂ ਭਾਵ ਇੰਟੈਲੈਕਚੁਅਲ ਪ੍ਰੈਸ਼ਰ ਹੁੰਦੇ ਆ। ਹਰ ਗੁਲਾਮ ਕੌਮ ਤੇ ਇੰਟੈਲੈਕਚੁਅਲ ਪ੍ਰੈਸ਼ਰ ਹੁੰਦੇ ਆ, ਤੇ ਸਿਰਫ ਗੁਲਾਮ ਕੌਮ ਤੇ ਨਹੀਂ, ਕਈ ਵਾਰੀ ਆਜ਼ਾਦ ਕੌਮਾਂ ਤੇ ਵੀ ਇੰਟੈਲੈਕਚੁਅਲ ਪ੍ਰੈਸ਼ਰ ਹੁੰਦੇ ਆ। ਆਜ਼ਾਦ ਕੌਮਾਂ ਵੀ ਕਈ ਵਾਰੀ ਜਦੋਂ ਜ਼ਿਆਦਾ ਇੰਟੈਲੈਕਚੁਅਲ ਪ੍ਰੈਸ਼ਰ ਉਹਨਾਂ ਤੇ ਬੌਧਿਕ ਪ੍ਰਭਾਵ ਪੈ ਜਾਂਦਾ, ਉਹ ਅੰਦਰੋਂ ਤਰੇੜ ਪੈ ਜਾਂਦੀ ਆ ਉਹਨਾਂ 'ਚ। ਸੋ ਸਿੱਖ ਪੰਥ ਦੀ ਅੱਜ ਤੱਕ ਇਹ ਪ੍ਰਾਪਤੀ ਹੈ ਕਿ ਪੰਥ ਹਜੇ ਤੱਕ ਦਫਾੜ ਨਹੀਂ ਹੋਇਆ, ਪਰ ਮੇਰੀ ਸਮਝ ਮੁਤਾਬਕ, ਸ਼ਾਇਦ ਮੈਂ ਗਲਤ ਹੋਵਾਂ, ਕਿ ਅਸੀਂ ਉਸ ਟਾਈਮ ਦੇ ਕੰਢੇ ਤੇ ਖੜੇ ਆਂ। ਅੱਜ ਬਿਲਕੁਲ ਆਪਾਂ ਸਿਰੇ ਤੇ ਖੜੇ ਆਂ ਜਿੱਥੋਂ ਕੌਮ ਦੇ ਵਿੱਚ ਇਹ ਤਰੇੜ ਪੈਣੀ ਸ਼ੁਰੂ ਹੋ ਚੁੱਕੀ ਹੈ। ਤੇ ਜੇ ਅਸੀਂ ਹੁਣੇ ਹੀ ਕੁਝ ਨਾ ਕੀਤਾ, ਜੇ ਅਸੀਂ ਇਹ ਤਰੇੜ ਨੂੰ ਨਾ ਸਮਝਿਆ ਤੇ ਇਹਨੂੰ ਪੂਰਨ ਦੀ ਕੋਸ਼ਿਸ਼ ਨਾ ਕੀਤੀ, ਤਾਂ ਫਿਰ ਜਿਹੜਾ ਇਹਦਾ ਪ੍ਰਭਾਵ ਹੈ ਸਦੀਆਂ ਤੱਕ, ਜੇ ਇੱਕ ਵਾਰੀ ਕੌਮ ਦਫਾੜ ਹੋ ਗਈ ਤਾਂ ਸਦੀਆਂ ਤੱਕ ਜਿਹੜਾ ਇਹਦਾ ਪ੍ਰਭਾਵ ਆ ਬਹੁਤ ਜ਼ਿਆਦਾ ਇਹਦੇ ਮਾਰੂ ਸਿੱਟੇ ਨਿਕਲਣਗੇ। ਜਿਵੇਂ ਹੁਣ ਹੋਇਆ ਕਿ ਜੇ ਅਸੀਂ ਦੂਜੀਆਂ ਕੌਮਾਂ ਵੱਲ ਧਿਆਨ ਮਾਰੀਏ, ਜਿਵੇਂ ਕ੍ਰਿਸਚੀਅਨਟੀ ਹੈ, ਈਸਾਈਅਤ ਹੈ ਜਿਹੜੀ, ਉਹ ਦਫਾੜ ਹੋ ਚੁੱਕੀ ਹੈ। ਉਹਦੇ ਵਿੱਚ ਦੋ ਤਰ੍ਹਾਂ ਦੇ ਮਤ ਨੇ, ਇੱਕ ਕੈਥੋਲਿਕ ਤੇ ਇੱਕ ਪ੍ਰੋਟੈਸਟੈਂਟ। ਉਹ ਤਰੇੜ ਇੰਨੀ ਜ਼ਿਆਦਾ ਵੱਧ ਗਈ, ਕਰੀਬ 500 ਸਾਲ ਪੁਰਾਣੀ ਤਰੇੜ ਹੈ ਜਿਹੜੀ, ਉਹ ਇੰਨੀ ਜ਼ਿਆਦਾ ਵੱਧ ਚੁੱਕੀ ਆ ਅੱਜ ਕਿ ਉਹਦੇ ਪੂਰੇ ਜਾਣ ਦੇ ਕੋਈ ਚਾਂਸ ਨਹੀਂ। ਉਹਦੇ ਬਹੁਤ ਮੁਸ਼ਕਲ ਆ, ਉਹ ਸਦਾ ਆਸਤੇ ਤਰੇੜ ਬਣ ਗਈ। ਸੋ ਪੰਥ ਦੇ ਵਿੱਚ, ਸਿੱਖ ਪੰਥ ਦੇ ਵਿੱਚ ਹਜੇ ਤੱਕ ਕੋਈ ਇੰਨੀ ਡੂੰਘੀ ਤਰੇੜ ਆ ਜਿਹੜੀ ਉਹ ਪਈ ਨਹੀਂ। ਸੋ ਅਜੇ ਵੀ ਆਪਣੇ ਕੋਲੇ ਟਾਈਮ ਹੈਗਾ ਕਿ ਅਸੀਂ ਇਹਨੂੰ ਸਮਝੀਏ। ਜਿਹੜੀ ਤਰੇੜ ਪੈ ਰਹੀ ਹੈ ਅੱਜ ਸਟਾਰਟ ਹੋ ਚੁੱਕੀ ਹੈ, ਪਰ ਜੇ ਅਜੇ ਹੀ ਅਸੀਂ ਸੰਭਾਲ ਲਈਏ ਮੌਕਾ, ਤਾਂ ਹੋ ਸਕਦਾ ਬਈ ਉਹ ਤਰੇੜ ਨਾ ਪਵੇ। ਹੁਣ ਕ੍ਰਿਸਚੀਅਨਟੀ ਦੇ ਵਿੱਚ ਹੋਇਆ ਕੀ, ਇਹ ਸਮਝਣ ਵਾਲੀ ਗੱਲ ਆ, ਕਿਉਂਕਿ ਕ੍ਰਿਸਚੀਅਨਟੀ ਨਾਲ ਜੋ ਵਾਪਰਿਆ ਉਹ 500 ਸਾਲ ਪਹਿਲਾਂ, ਉਹ ਅੱਜ ਸਾਡੇ ਨਾਲ ਵਾਪਰਨ ਜਾ ਰਿਹਾ। ਤੇ ਜੇ ਅਸੀਂ ਇਹ ਗੱਲ ਸਮਝ ਲਈਏ ਤਾਂ ਸ਼ਾਇਦ ਅਸੀਂ ਕੋਈ ਨਾ ਕੋਈ ਤਰੀਕਾ ਲਈਏ ਤੇ ਪੰਥ ਆ ਜਿਹੜਾ ਉਹ ਦਫਾੜ ਹੋਣੋਂ ਬਚ ਜਾਏ। ਕ੍ਰਿਸਚੀਅਨਟੀ 'ਚ ਹੋਇਆ ਕੀ ਕਿ ਬਾਈਬਲ ਦੇ ਵਿੱਚ ਇੱਕ ਸ੍ਰਿਸ਼ਟੀ ਦੀ ਉਤਪਤੀ ਦੀ ਇੱਕ ਕਹਾਣੀ ਸੀ। ਬਾਈਬਲ ਜਦੋਂ ਸ਼ੁਰੂ ਹੁੰਦੀ ਆ ਤਾਂ ਉਹਦੇ 'ਚ ਸ੍ਰਿਸ਼ਟੀ ਉਤਪੰਨ ਕਿਵੇਂ ਹੋਈ, ਕਿ ਸ਼ੁਰੂ ਦੇ ਵਿੱਚ ਰੱਬ ਨੇ ਕਿਹਾ ਕਿ ਸ੍ਰਿਸ਼ਟੀ ਹੋਂਦ 'ਚ ਆ ਜਾਵੇ, ਤੇ ਸ੍ਰਿਸ਼ਟੀ ਹੋਂਦ 'ਚ ਆ ਗਈ। ਤੇ ਜਿਹੜੀ ਸਾਰੀ ਕਾਇਨਾਤ ਦੀ ਸਿਰਜਣਾ ਹੋਈ ਉਹ 6 ਦਿਨਾਂ ਦੇ ਵਿੱਚ ਹੋਈ। ਤੇ ਬਾਈਬਲ ਦੇ ਵਿੱਚ ਇਹ ਵੀ ਲਿਖਿਆ ਸੀਗਾ ਕਿ ਇਹ ਗੱਲ 6000 ਸਾਲ ਪੁਰਾਣੀ ਹੈ। 15ਵੀਂ ਸਦੀ ਦੇ ਵਿੱਚ ਜਦੋਂ ਮਾਡਰਨ ਸਾਇੰਸ ਆ ਜਿਹੜੀ ਉਹ ਸਾਹਮਣੇ ਆਉਣ ਲੱਗੀ, ਤਾਂ ਮਾਡਰਨ ਸਾਇੰਸ ਨੇ ਇਹ ਜਿਹੜੀ ਬਾਈਬਲ ਦੀ ਸ੍ਰਿਸ਼ਟੀ ਉਤਪਤੀ ਦੀ ਕਹਾਣੀ ਹੈ ਜਿਹੜੀ, ਉਹਨੂੰ ਚੈਲੰਜ ਕਰਤਾ ਕਿ ਨਹੀਂ, ਸ੍ਰਿਸ਼ਟੀ ਤਾਂ ਕਰੋੜਾਂ ਸਾਲ ਪੁਰਾਣੀ ਹੈ, 6000 ਸਾਲ ਪੁਰਾਣੀ ਨਹੀਂ। ਇਹ 6 ਦਿਨਾਂ 'ਚ ਨਹੀਂ ਬਣੀ ਹੈ, ਤਾਂ ਕਰੋੜਾਂ ਸਾਲਾਂ 'ਚ ਬਣੀ ਹੈ। ਤੇ ਹੋਰ ਇਹੋ ਜਿਹੀਆਂ ਗੱਲਾਂ, ਜਿਵੇਂ ਬਾਈਬਲ ਦੇ ਵਿੱਚ ਇਹ ਸੀ ਇੱਕ ਕਿ ਧਰਤੀ ਹੈ ਜਿਹੜੀ, ਉਹਦੇ ਦੁਆਲੇ ਬਾਕੀ ਸਾਰੀ ਸ੍ਰਿਸ਼ਟੀ ਘੁੰਮਦੀ ਹੈ, ਧਰਤੀ ਹੈ ਜਿਹੜੀ ਉਹ ਸੈਂਟਰ 'ਚ ਹੈ। ਸਾਇੰਸ ਕਹਿੰਦੀ ਨਹੀਂ, ਸੂਰਜ ਦੇ ਦੁਆਲੇ ਧਰਤੀ ਘੁੰਮਦੀ ਹੈ। ਸੋ ਇਹੋ ਜਿਹੀਆਂ ਗੱਲਾਂ ਨੇ, ਸਾਇੰਸ ਦੇ ਉਭਾਰ ਨੇ, ਮਾਡਰਨ ਸਾਇੰਸ ਦੇ ਉਭਾਰ ਨੇ ਕ੍ਰਿਸਚੀਅਨਟੀ ਨੂੰ ਇੰਟੈਲੈਕਚੁਅਲੀ ਚੈਲੰਜ ਕਰਤਾ। ਤੇ ਹੋਇਆ ਕੀ ਕਿ ਜਿਹੜੇ ਕ੍ਰਿਸਚੀਅਨ ਸਕਾਲਰ ਸੀ ਉਸ ਸਮੇਂ ਦੇ, ਉਹਨਾਂ ਤੋਂ ਉਸ ਇੰਟੈਲੈਕਚੁਅਲ ਪ੍ਰੈਸ਼ਰ ਨੂੰ ਝੱਲਿਆ ਨਹੀਂ ਗਿਆ। ਉਹਨਾਂ ਤੋਂ ਉਹ ਇੰਟੈਲੈਕਚੁਅਲ ਚੈਲੰਜ ਆ ਜਿਹੜਾ, ਉਹਦਾ ਪ੍ਰੋਪਰ ਜਵਾਬ ਨਹੀਂ ਦਿੱਤਾ ਗਿਆ। ਉਹ ਪ੍ਰੋਪਰ ਜਵਾਬ ਨਾ ਦੇਣ ਚੋਂ ਜਿਹੜਾ ਪ੍ਰੋਟੈਸਟੈਂਟਿਜ਼ਮ ਹੈ ਉਹ ਹੋਂਦ 'ਚ ਆਇਆ। ਕਿਉਂਕਿ ਜਿਹੜੇ ਕੁਝ ਕ੍ਰਿਸਚੀਅਨ ਸੀ ਉਹਨਾਂ ਨੂੰ ਲੱਗਣ ਲੱਗ ਗਿਆ ਇੱਕ ਚਰਚ ਉਦੋਂ ਤੱਕ ਕਰਪਟ ਹੋ ਚੁੱਕਿਆ ਸੀ। ਸੋ ਇੰਟਰਨਲ ਜਿਹੜੀ ਕਰਪਸ਼ਨ ਹੈ ਉਹ ਵੀ ਕ੍ਰਿਸਚੀਅਨਿਟੀ ਤੋਂ ਐਡਰੈਸ ਨਹੀਂ ਕੀਤੀ ਗਈ, ਤੇ ਨਾ ਹੀ ਜਿਹੜੀ ਸਾਇੰਸ ਨੇ ਜਿਹੜੇ ਕੁਐਸਚਨ ਉਠਾਏ ਉਹ ਕ੍ਰਿਸਚੀਅਨਿਟੀ ਤੋਂ ਐਡਰੈਸ ਕੀਤੇ ਗਏ। ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਕ੍ਰਿਸਚੀਅਨਿਟੀ ਹਮੇਸ਼ਾ ਵਾਸਤੇ ਦਫਾੜ ਹੋ ਗਈ। ਹੁਣ ਅੱਜ 500 ਸਾਲ ਹੋ ਗਿਆ, ਉਹ ਕ੍ਰਿਸਚੀਅਨਿਟੀ ਦੇ ਗਾਂਹ ਦੀ ਗਾਂਹ ਮਤ ਹੋਰ ਬਣੀ ਜਾਂਦੇ ਆ। ਪ੍ਰੋਟੈਸਟੈਂਟ ਤੇ ਕੈਥੋਲਿਕ ਆ ਜਿਹੜੇ, ਉਹ ਹਮੇਸ਼ਾ ਵਾਸਤੇ ਇੱਕ ਦੂਜੇ ਤੋਂ ਵੱਖ ਹੋ ਗਏ, ਦੋ ਕ੍ਰਿਸਚੀਅਨਿਟੀਆਂ ਬਣ ਗਈਆਂ। ਸੋ ਪੰਥ ਦੇ ਵਿੱਚ ਹਜੇ ਤੱਕ ਗੁਰੂ ਮਹਾਰਾਜ ਦੀ ਕਿਰਪਾ ਨਾਲ ਹਜੇ ਤੱਕ ਇਹ ਨਹੀਂ ਹੋਇਆ, ਪਰ ਹੁਣ ਲਗਭਗ ਆਪਾਂ ਅੰਤ ਤੇ ਖੜੇ ਆ, ਇਹ ਹੋਣ ਵਾਲਾ। ਸੋ ਇੱਕ ਤਾਂ ਮਿਸਾਲ ਆ ਕ੍ਰਿਸਚੀਅਨਿਟੀ ਦੀ, ਇੱਕ ਹੋਰ ਮਿਸਾਲ ਆ ਉਹ ਹੈਗੀ ਆ ਇਸਲਾਮ ਦੀ।
इस्लाम दे विच भी यही कुछ होण लगा सी, पर कुछ जिहड़े इस्लामी स्कॉलर सी, फिलोसफर सी, उन्हां दी सियाणप करके होया नहीं। होया कि 10वीं 11वीं सदी दे विच एक इस्लामिक फिलोसफर होया इबन सिना, ਉਹਦਾ नाम सी इबन सिना। ਉਹਨੇ पुरातन यूनानी फलसफा पढ़िया सी, एरिस्टोटल ते प्लेटो का। उस फलसफे के प्रभाव के हेठ आके उन्हें इस्लाम की इंटरप्रिटेशन भी उस फलसफे के अंडर करती। उन्हें की किया भी रब की होंद के तर्क देने शुरू करते। हुण गुरबाणी दे विच भी वार वार आउंदा बई रब की होंद है, जिहड़ी अकाल पुरख की होंद है, वो तर्क के घेरे च नहीं आउंदी, वो अकल के घेरे, बंदे की अकल के घेरे तो बाहर आ। अकल जिहड़ा तर्क है वो लागू हुंदा, जिहड़ी चीज़ बंदे की अकल के घेरे के अंदर है ਉਹਦੇ ਤੇ तर्क लागू ਹੁੰਦਾ। ਜਿਹੜੀ चीज़ बंदे के अकल के घेरे तो बाहर पई है, ਉਹਦੇ ਤੋਂ ਉੱਪਰ है, ਉਹਦੇ ਤੇ तर्क लागू नहीं ਹੁੰਦਾ, क्योंकि बंदे की अकल का घेरा सीमित आ। बंदे की अकल आ जिहड़ी ਉਹਦਾ घेरा इनफिनिट नहीं गा, वो सीमित आ, वो एक हद तक ही देख सकती है। सो अकाल पुरख की होंद ते तर्क नहीं किया जा सकता। सो इस इस्लामी फिलोसफर ने अल्लाह की होंद ते तर्क करने शुरू कर दिए। ਉਹਦੇ ਨਾਲ इस्लाम की जी सारी की सारी कुरान की इंटरप्रिटेशन है वो चेंज होने लग गई। सो वो आप वेखांगे भी सिक्खी दे विच भी ये कुछ हो रहा। ਉਹਦੇ ਤੋਂ ਬਾਅਦ फिर एक होर फिलोसफर उठ्या, इस्लामी स्कॉलर सी, ਉਹਦਾ नाम सी अल गजाली, ईरान देश का रहने वाला। ਉਹਨੇ एक किताब लिखी, ਉਹਦਾ नाम सी ईरानियन दे विच तहफ़ुत अल फलसफा। ਉਹਨੂੰ ਜੇ इंग्लिश ट्रांसलेशन करना होवे ਉਹਦਾ ਹੈਗਾ द डिस्ट्रक्शन ऑफ फिलोसफी। ਉਹਦਾ मतलब है कि ਉਹ ਕਹਿੰਦਾ ਵੀ ਉਹਨੇ ਇਹ ਦਿੱਤਾ ਕਿ ਤੁਸੀਂ ਤਰਕ ਨਾਲ ਕੁਰਾਨ ਦੀ ਵਿਆਖਿਆ ਨਹੀਂ ਕਰ ਸਕਦੇ, ਤੁਸੀਂ ਜਿਹੜੀਆਂ ਅਧਿਆਤਮਿਕ ਚੀਜ਼ਾਂ ਉਹਨਾਂ ਤੇ ਅਕਲ ਨਹੀਂ ਲਾ ਸਕਦੇ। ਸੋ ਜਿਹੜਾ ਕੁਝ ਇਬਨ ਸਿਨਾ ਕਰ ਰਿਹਾ, ਅਲ ਗਜ਼ਾਲੀ ਨੇ ਕਿਹਾ ਇਹ ਗਲਤ ਹੈ, ਇਹਨੂੰ ਇਹ ਰੋਕਣਾ ਚਾਹੀਦਾ। ਸੋ ਅਲ ਗਜ਼ਾਲੀ ਨੇ ਐਸਾ ਕੰਮ ਕੀਤਾ ਕਿ ਉਹਨੇ ਜਿਹੜਾ इस्लाम ਦੇ ਵਿੱਚ ਤਰੇੜ ਪੈਣੀ ਸ਼ੁਰੂ ਹੀ ਹੋਈ ਸੀ ਅੱਜ ਤੋਂ 1000 ਸਾਲ ਪਹਿਲਾਂ, ਉਹਦੇ ਕੰਮ ਨੇ ਰੋਕਤੀ। ਤੇ ਉਹਦੇ ਕਰਕੇ इस्लाम ਦੇ ਵਿੱਚ ਉਹ ਤਰੇੜ ਨਹੀਂ ਪਈ, ਪਰ इस्लाम ਦੇ ਵਿੱਚ ਹੋਰ ਤਰੇੜ ਪੈ ਗਈ ਸ਼ੀਆ ਤੇ ਸੁन्नी ਦੀ। ਪਰ ਉਹਦਾ ਕਾਰਨ ਇੰਟੈਲੈਕਚੁਅਲ ਪ੍ਰੈਸ਼ਰ ਨਹੀਂ ਸੀ। ਜਿਹੜੀ ਸ਼ੀਆ ਸੁन्नी ਦੀ ਤਰੇੜ ਆ ਉਹਦਾ ਕਾਰਨ ਕੁਝ ਹੋਰ ਆ, ਉਹਦੇ ਹੋਰ ਰੀਜ਼ਨ ਸੀ। इस्लाम ਤੋਂ ਉਹ ਰੀਜ਼ਨ ਨਹੀਂ ਐਡਰੈਸ ਕੀਤੇ ਗਏ ਇਸਲਾਮੀ ਸਕੋਲਰਾਂ ਤੋਂ, ਤੇ इस्लाम ਦੇ ਵਿੱਚ ਤਰੇੜ ਪੈ ਗਈ। ਤੇ ਉਹਦਾ ਬਹੁਤ ਹੀ ਖੂਨੀ ਰੂਪ, ਜਿਹੜਾ ਸ਼ੀਆ ਸੁन्नी ਡਿਵਾਈਡ ਦਾ ਬਹੁਤ ਖੂਨੀ ਰੂਪ, ਜਿਹੜੀ ਅੱਜ ਕੱਲ੍ਹ ਜੰਗ ਚੱਲ ਰਹੀ ਹੈ ਇਰਾਕ ਤੇ ਸੀਰੀਆ ਦੇ ਵਿੱਚ, ਉਹਦੇ ਰੂਪ 'ਚ ਆਪਾਂ ਵੇਖ ਰਹੇ ਹਾਂ। ਸੋ ਪੰਥ ਦੇ ਵਿੱਚ ਜਿਹੜੇ ਨਿੱਕੇ ਮੋਟੇ ਝਗੜੇ ਆ ਉਹ ਤਾਂ ਹਰ ਕੌਮ ਦੇ ਵਿੱਚ, ਹਰ ਘਰ ਦੇ ਵਿੱਚ ਵੀ ਹੁੰਦੇ ਆ। ਇੱਕ ਘਰ ਦੇ ਵਿੱਚ 4-5 ਜੀ ਹੁੰਦੇ ਆ, ਉਹਦੇ 'ਚ ਵੀ ਝਗੜੇ ਹੁੰਦੇ ਆ। ਸੋ ਜਿਹੜੇ ਨਿੱਕੇ ਮੋਟੇ ਝਗੜੇ ਆ ਉਹਨਾਂ ਤੋਂ ਬੜਾ ਘਬਰਾਉਣ ਦੀ ਲੋੜ ਨਹੀਂ ਹੁੰਦੀ। ਪੰਥ ਦੇ ਵਿੱਚ ਵੀ ਮਾੜੇ ਮੋਟੇ ਝਗੜੇ ਕਈ ਵਾਰੀ ਸਿੱਖ ਲੜ ਪੈਂਦੇ ਆ, ਪਰ ਉਹਨੂੰ ਅਸੀਂ ਬਹੁਤ ਜ਼ਿਆਦਾ ਇੱਕ ਵੱਡਾ ਖਤਰਾ ਬਣਾ ਕੇ ਵੇਖਦੇ ਆ। ਉਹ ਐਡੀ ਕੋਈ ਖਾਸ ਗੱਲ ਨਹੀਂ, ਕਿਉਂਕਿ ਨਿੱਕੀ ਮੋਟੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ। ਜਿਹੜੀ ਖਤਰਨਾਕ ਗੱਲ ਹੁੰਦੀ ਹੈ ਉਹ ਹੁੰਦੀ ਹੈ ਹਮੇਸ਼ਾ ਆਸਤੇ ਦੋ ਫਾੜ ਹੋ ਜਾਣਾ ਪੰਥ ਦਾ। ਸੋ ਪੰਥ ਦੋ ਫਾੜ ਹੋ ਕਿਵੇਂ ਰਿਹਾ ਆਪਾਂ ਨੂੰ ਇਹ ਵੇਖਣਾ ਚਾਹੀਦਾ ਅੱਜ। ਸੋ ਉਹਦਾ ਕਾਰਨ ਮੇਰੀ ਸਮਝ ਮੁਤਾਬਕ ਇਹ ਆ ਕਿ ਉਹਦਾ ਕਾਰਨ ਰਾਜਸੀ ਸ਼ਕਤੀ ਦੀ ਅਣਹੋਂਦ ਦੇ ਵਿੱਚ ਜਿਹੜਾ ਇੰਟੈਲੈਕਚੁਅਲ ਪ੍ਰੈਸ਼ਰ ਪੰਥ ਦੇ ਉੱਤੇ ਪਿਆ ਹੋਇਆ, ਉਹਦੇ ਕਾਰਨ ਪੰਥ ਡਿਫਾਈਡ ਹੋ ਰਿਹਾ। ਸੋ ਉਹ ਇੰਟੈਲੈਕਚੁਅਲ ਪ੍ਰੈਸ਼ਰ ਕੀ ਆ, ਉਹ ਦੋ ਪਾਸਿਆਂ ਤੋਂ ਪੈ ਰਿਹਾ, ਉਹਨੂੰ ਸਮਝਣ ਦੀ ਲੋੜ। ਗੁਰਬਾਣੀ ਆ ਜਿਹੜੀ ਉਹਦੇ ਨਾਲ ਅਸੀਂ ਮੁੱਖ ਰੂਪ ਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ, 3 ਤਰੀਕਿਆਂ ਨਾਲ ਜੁੜਦੇ। ਇੱਕ ਤਾਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਖੁਦ, ਉਹਦੇ ਨਾਲ ਆਪਾਂ ਗੁਰਬਾਣੀ ਨਾਲ ਜੁੜਦੇ ਹਾਂ। ਦੂਜਾ ਆਪਾਂ ਗੁਰਬਾਣੀ ਸਰਵਣ ਕਰਦੇ ਹਾਂ, ਜਿਵੇਂ ਕੋਈ ਪਾਠ ਕਰ ਰਿਹਾ ਜਾਂ ਕੀਰਤਨ ਕੀਤਾ ਜਾ ਰਿਹਾ, ਉਹ ਸਰਵਣ ਕਰਦੇ ਹਾਂ, ਦੂਜਾ ਰੂਪ। ਤੇ ਤੀਜਾ ਰੂਪ ਹੈ ਜਿਹੜਾ ਉਹ ਹੈਗਾ ਕਥਾ ਦਾ। ਹੁਣ ਜਿਹੜਾ ਕਥਾ ਦਾ ਰੂਪ ਹੈ, ਜਦੋਂ ਤਾਂ ਆਪਾਂ ਪਾਠ ਕਰਦੇ ਹਾਂ, ਜੇ ਆਪਾਂ ਸਹੀ ਪਾਠ ਕਰਦੇ ਹਾਂ, ਜੇ ਆਪਾਂ ਸੰਥਿਆ ਪ੍ਰਾਪਤ ਕੀਤੀ ਹੈ ਤੇ ਆਪਾਂ ਉਚਾਰਨ ਹੈ ਜਿਹੜਾ ਬਾਣੀ ਦਾ ਉਹ ਗਲਤ ਨਹੀਂ ਕਰਦੇ, ਤਾਂ ਉਹ ਪਾਠ ਕਰਨ ਦਾ ਆਪਾਂ ਨੂੰ ਫਾਇਦਾ ਹੀ ਫਾਇਦਾ, ਉਹਦੇ 'ਚ ਕੋਈ ਉਹਦੇ 'ਚ ਖਤਰਾ ਨਹੀਂ ਗਾ। ਜਦੋਂ ਆਪਾਂ ਸਰਵਣ ਕਰਦੇ ਹਾਂ ਉਹਦੇ 'ਚ ਵੀ ਆਪਾਂ ਨੂੰ ਉਹਦਾ ਲਾਭ ਹੀ ਹੈ, ਉਹਦੀ ਹਾਨੀ ਕੋਈ ਨਹੀਂ। ਜਿਹੜੀ ਕਥਾ ਉਹ ਕੰਪਲੀਕੇਟਡ ਹੈ, ਕਿਉਂਕਿ ਕਥਾ ਦੇ ਵਿੱਚ ਹੁੰਦਾ ਕੀ ਹੈ ਕਿ ਕਥਾਵਾਚਕ ਹੈ ਜਿਹੜਾ
ਜੇ ਉਹਦੇ ਤੇ ਕੋਈ ਇੰਟੈਲੈਕਚੁਅਲ ਪ੍ਰੈਸ਼ਰ ਪੈ ਗਿਆ ਤਾਂ ਉਹ ਪ੍ਰੈਸ਼ਰ ਕਥਾ ਦੇ ਵਿੱਚ ਆ ਜਾਣਾ, ਉਹਨੇ ਗੁਰਬਾਣੀ ਦੀ ਵਿਆਖਿਆ ਜਿਹੜੀ ਉਹ ਉਲਟ ਕਰ ਦੇਣੀ ਹੈ। ਸੋ ਕਥਾ ਜਿਹੜੀ ਉਹ ਬਹੁਤ ਇੰਪੋਰਟੈਂਟ ਹੈ ਤੇ ਉਹਦੇ ਵਿੱਚ ਇਹ ਬਹੁਤ ਜ਼ਿਆਦਾ ਧਿਆਨ ਰੱਖਣ ਵਾਲੀ ਗੱਲ ਵੀ ਹੈ। ਸੋ ਜਿਹੜੀ ਗੁਰਬਾਣੀ ਕਥਾ, ਗੁਰਬਾਣੀ ਵਿਆਖਿਆ ਜਿਹੜੀ, ਉਹਦੇ ਤੇ ਦੋ ਪਾਸਿਓਂ ਸਿੱਖਾਂ ਦੇ ਇਤਿਹਾਸ ਦੇ ਵਿੱਚ ਦੋ ਪਾਸਿਓਂ ਪ੍ਰੈਸ਼ਰ ਪਿਆ। ਉਹ ਪ੍ਰੈਸ਼ਰ ਨੂੰ ਸਮਝਣ ਵਾਸਤੇ ਆਪਾਂ ਨੂੰ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ ਨੂੰ ਸਮਝਣਾ ਪੈਣਾ। ਜਿਹੜੀ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ ਉਹ ਮੁੱਖ ਤੌਰ ਤੇ ਜੇ ਆਪਾਂ ਵੇਖੀਏ ਕਿ ਤਿੰਨ ਤਰੀਕਿਆਂ ਦੀਆਂ, ਇੱਕ ਉਦਾਸੀ ਪ੍ਰਣਾਲੀ, ਦੂਸਰੀ ਨਿਰਮਲਾ ਪ੍ਰਣਾਲੀ ਤੇ ਤੀਸਰੀ ਆਪਣਾ ਗਿਆਨੀ ਪ੍ਰਣਾਲੀ, ਤੇ ਚੌਥੀ ਆ ਜਿਹੜੀ ਉਹ ਆਧੁਨਿਕ ਵਿਆਖਿਆ ਪ੍ਰਣਾਲੀ ਹੈ। ਤੇ ਦੋ ਹੋਰ ਵੈਸੇ ਪ੍ਰੋਫੈਸਰ ਤਾਰਨ ਸਿੰਘ ਨੇ ਇੱਕ ਕਿਤਾਬ ਲਿਖੀ ਹੈ ਵਿਆਖਿਆ ਪ੍ਰਣਾਲੀਆਂ ਤੇ, ਉਹਨਾਂ ਨੇ ਭਾਈ ਪ੍ਰਣਾਲੀ ਤੇ ਸਹਿਜ ਪ੍ਰਣਾਲੀ ਵੀ ਦੱਸੀ ਹੈ, ਪਰ ਉਹ ਬੇਸਿਕਲੀ ਪ੍ਰਣਾਲੀਆਂ ਨਹੀਂ ਗੀਆਂ, ਉਹਨੂੰ ਕਿਸੇ ਹੋਰ ਤਰੀਕੇ ਨਾਲ ਵੇਖਣਾ ਚਾਹੀਦਾ। ਜਿਹੜੀਆਂ ਪ੍ਰੋਪਰ ਵਿਆਖਿਆ ਪ੍ਰਣਾਲੀਆਂ ਉਹ ਪਰੰਪਰਾਗਤ ਆ, ਜਿਹੜੀਆਂ ਸੰਪਰਦਾਈ, ਉਹ ਉਦਾਸੀ ਪ੍ਰਣਾਲੀ, ਨਿਰਮਲਾ ਪ੍ਰਣਾਲੀ ਤੇ ਗਿਆਨੀ ਪ੍ਰਣਾਲੀ ਉਹ ਨੇ। ਸੋ ਉਦਾਸੀ ਪ੍ਰਣਾਲੀ ਤੇ ਨਿਰਮਲਾ ਪ੍ਰਣਾਲੀ ਆ ਜਿਹੜੀ ਵਿਆਖਿਆ ਦੀ, ਉਹਦੇ ਵਿੱਚ ਕੀ ਹੋਇਆ ਕਿ ਉਹਦੇ ਤੇ ਸਮਾਂ ਪੈਣ ਨਾਲ ਵਿਦਾਂਤ ਦਾ ਪ੍ਰਭਾਵ ਪੈਦਾ ਹੋ ਗਿਆ। ਹੁਣ ਵਿਦਾਂਤ ਕੀ ਆ? ਵਿਦਾਂਤ ਸਮਝਣ ਵਾਲੀ ਚੀਜ਼ ਆ। ਵਿਦਾਂਤ ਦਾ ਫਲਸਫਾ ਜਿਹੜਾ ਇਹ ਇੱਕ ਹਿੰਦੂ ਵਿਦਵਾਨ ਹੋਇਆ, ਉਹਨੂੰ ਕਹਿੰਦੇ ਆ ਆਦਿ ਸ਼ੰਕਰਾਚਾਰੀਆ, ਦੱਖਣੀ ਭਾਰਤ ਦੇ ਵਿੱਚ। ਇਹਦਾ ਸਮਾਂ ਹੋਇਆ ਮੇਰੇ ਖਿਆਲ 6ਵੀਂ ਜਾਂ 7ਵੀਂ ਸਦੀ ਦੇ ਵਿੱਚ, ਉਹਦੀ ਕੋਈ ਪ੍ਰੋਪਰ ਜਨਮ ਦੀ ਤਿਥੀ ਨਹੀਂ ਮਿਲਦੀ ਗੀ। ਉਹ ਆਦਿ ਸ਼ੰਕਰਾਚਾਰੀਆ ਨੇ ਕੀ ਕੀਤਾ, ਉਹਦੀ 32 ਸਾਲ ਉਮਰ ਸੀ, 32 ਸਾਲ ਦੀ ਉਮਰ 'ਚ ਉਹਦੀ ਮੌਤ ਹੋ ਗਈ। ਉਸ ਸਮੇਂ ਜਦੋਂ ਉਹਦਾ ਜਨਮ ਹੋਇਆ, ਉਸ ਸਮੇਂ ਇਸ ਖਿੱਤੇ ਦੇ ਵਿੱਚ, ਦੱਖਣੀ ਏਸ਼ੀਆ ਦੇ ਵਿੱਚ, ਸਣੇ ਪੰਜਾਬ, ਬੁੱਧ ਮਤ ਦਾ ਪ੍ਰਭਾਵ ਸੀ ਬਹੁਤ ਜ਼ਿਆਦਾ। ਬੁੱਧ ਮਤ ਸਭ ਤੋਂ ਵੱਧ ਫੈਲਿਆ ਹੋਇਆ ਧਰਮ ਸੀ ਉਸ ਵੇਲੇ ਸਾਰੇ ਏਰੀਏ ਦੇ ਵਿੱਚ। ਜਿਹੜਾ ਹੁਣ ਪਾਕਿਸਤਾਨ ਹੈ, ਜਿਹੜਾ ਹੁਣ ਹਿੰਦੁਸਤਾਨ ਹੈ, ਪੰਜਾਬ ਹੈ, ਇਹ ਸਾਰੇ ਏਰੀਏ ਦੇ ਵਿੱਚ ਬੁੱਧ ਮਤ ਆ ਜਿਹੜਾ ਉਹ ਫੈਲਿਆ ਹੋਇਆ ਸੀ। ਸ਼ੰਕਰ ਨੇ ਕੀ ਕੀਤਾ ਕਿ ਉਹਨੇ ਜਾ ਕੇ ਜਿੱਥੇ ਵੀ ਬੋਧੀਆਂ ਦੇ ਮੱਠ ਸੀ ਉੱਥੇ ਉਹ ਜਾਂਦਾ ਸੀ, ਉਹਨਾਂ ਨੂੰ ਕਹਿੰਦਾ ਸੀ ਮੇਰੇ ਨਾਲ ਬਹਿਸ ਕਰੋ, ਜੇ ਤੁਸੀਂ ਬਹਿਸ 'ਚ ਹਾਰ ਗਏ ਤੁਹਾਨੂੰ ਹਿੰਦੂ ਮਤ ਗ੍ਰਹਿਣ ਕਰਨਾ ਪਊਗਾ, ਤੇ ਜੇ ਮੈਂ ਹਾਰ ਗਿਆ ਤੇ ਫਿਰ ਮੈਂ ਬੁੱਧ ਮਤ ਗ੍ਰਹਿਣ ਕਰ ਲੂੰਗਾ। ਪਰ ਉਹਨੇ ਇੱਕ ਚਲਾਕੀ ਕੀ ਕੀਤੀ ਕਿ ਉਹਨੇ ਜਿਹੜੇ ਵੇਦ ਤੇ ਉਪਨਿਸ਼ਦ ਹੈ ਉਹਨਾਂ ਨੂੰ ਐਜ਼ ਅਥੋਰੀਟੇਟਿਵ ਸੋਰਸ ਮੰਨ ਲਿਆ। ਹੁਣ ਉਹਨੇ ਕਿਹਾ ਕਿ ਵੇਦਾਂ ਤੇ ਉਪਨਿਸ਼ਦਾਂ ਦੇ ਵਿੱਚ ਜਿਹੜੀ ਕੋਈ ਗੱਲ ਆਉਂਦੀ ਆ ਉਹ ਆਟੋਮੈਟਿਕਲੀ ਸਹੀ ਹੈ, ਤੇ ਵੇਦਾਂ ਤੇ ਉਪਨਿਸ਼ਦਾਂ ਦੀਆਂ ਉਦਾਹਰਨਾਂ ਦੇ ਕੇ ਜਿਹੜੇ ਬੋਧੀ ਵਿਦਵਾਨ ਸੀ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਕੱਟੀ ਗਿਆ। ਤੇ ਬੋਧੀਆਂ ਦੇ ਉੱਤੇ ਐਸਾ ਉਹਨੇ ਇੰਟੈਲੈਕਚੁਅਲ ਪ੍ਰੈਸ਼ਰ ਪਾਇਆ, ਜਿਹੜੇ ਬੋਧੀ ਉਹਦੇ ਤੋਂ ਨਹੀਂ ਸੀ ਹਾਰਦੇ ਬਹਿਸ ਦੇ ਵਿੱਚ, ਉਹਨਾਂ ਨੂੰ ਫਿਰ ਉਹ ਕਿਸੇ ਤਰੀਕੇ ਨਾਲ ਵਾਇਲੈਂਟ ਹੋ ਕੇ ਉਹਨਾਂ ਨੂੰ ਜਾਂ ਤਾਂ ਮਾਰ ਦਿੰਦਾ ਸੀ, ਕਈ ਮੱਠਾਂ ਨੂੰ ਵੀ ਅੱਗਾਂ ਲਗਾ ਦਿੱਤੀਆਂ ਜਾਂਦੀਆਂ ਸੀ, ਜਿਵੇਂ ਹਿੰਦੂ ਸ਼ਕਤੀ ਹੈ ਜਿਹੜੀ ਉਦੋਂ ਉੱਭਰ ਰਹੀ ਸੀ। ਸੋ ਉਹਨੇ ਅੰਤ ਨੂੰ ਐਸਾ ਪ੍ਰੈਸ਼ਰ ਕ੍ਰੀਏਟ ਕੀਤਾ ਕਿ ਬੁੱਧ ਮਤ ਆ ਜਿਹੜੀ ਉਹ ਥੋੜੇ ਸਮੇਂ ਦੇ ਵਿੱਚ ਹੀ ਉਹਦਾ ਉਸ ਸਾਰੇ ਖਿੱਤੇ ਦੇ ਵਿੱਚੋਂ ਸਫਾਇਆ ਹੋ ਗਿਆ ਤੇ ਬੋਧੀਆਂ ਨੂੰ ਚਾਈਨਾ ਤੇ ਜਾਪਾਨ ਦੇ ਵਿੱਚ ਜਾਣਾ ਪਿਆ। ਸੋ ਵਿਦਾਂਤ ਦਾ ਫਲਸਫਾ ਜਿਹੜਾ ਅਦਵੈਤ ਵਿਦਾਂਤ ਆ, ਜਿਹੜੀ ਇਹਦੀ ਇੱਕ ਪ੍ਰੋਬਲਮ ਹੈ ਜਿਹੜੀ ਉਹ ਇਹ ਹੈ ਕਿ ਇਹਦੇ ਵਿੱਚ ਜੀਵਨ ਦੀ ਵਿਭਿੰਨਤਾ ਨੂੰ ਕੋਈ ਥਾਂ ਨਹੀਂ ਗਾ। ਵਿਦਾਂਤ ਆ ਜਿਹੜਾ ਉਹ ਇੱਕ ਹੀ ਸੁੰਨ ਸਾਰਾ ਕੁਝ ਇੱਕੋ ਜਿਹਾ, ਕੋਈ ਫਰਕ ਨਹੀਂ ਗਾ, ਹਰ ਚੀਜ਼ ਹੈ ਜਿਹੜੀ ਉਹ ਇੱਕੋ ਜਿਹੀ ਹੋਣੀ ਚਾਹੀਦੀ ਹੈ। ਇਸ ਪ੍ਰੈਸ਼ਰ ਦੇ ਅੰਡਰ ਹੁੰਦਾ ਕੀ ਹੈ? ਇਹਦੇ ਵਿੱਚੋਂ ਇੱਕ ਪੰਥ ਦੇ ਵਿਦਵਾਨ ਹੋਏ ਆ, ਉਹਨਾਂ ਦੀ ਪਿੱਛੇ ਜੇ ਮੌਤ ਹੋ ਗਈ, ਡਾਕਟਰ ਗੁਰਭਗਤ ਸਿੰਘ। ਉਹਨਾਂ ਨੇ ਦੱਸਿਆ ਵੀ ਜਿਹੜਾ ਵਿਦਾਂਤ ਹੈ ਨਾ, ਜਿਹੜਾ ਅੱਜ ਕੱਲ ਹਿੰਦੁਸਤਾਨ ਦੇ ਵਿੱਚ ਹਿੰਦੂ ਫਾਸ਼ੀਵਾਦ ਉੱਭਰ ਰਿਹਾ ਹੈ, ਇਹਦੀ ਜੜ ਵਿਦਾਂਤ ਦੇ ਵਿੱਚ ਪਈ ਹੈ। ਵਿਦਾਂਤ ਦੇ ਵਿੱਚ ਕਿਵੇਂ ਪਈ ਹੈ? ਵਿਦਾਂਤ ਆ ਜਿਹੜਾ ਉਹ ਜੀਵਨ ਦੀ ਵਿਭਿੰਨਤਾ ਨੂੰ ਸਵੀਕਾਰ ਨਹੀਂ ਕਰਦਾ। ਸਿੱਖੀ ਦੀ ਸਭ ਤੋਂ ਵੱਡੀ ਵਡਿਆਈ ਇਹ ਹੈ ਕਿ ਜੀਵਨ ਦੀ ਵਿਭਿੰਨਤਾ ਨੂੰ ਸਵੀਕਾਰ ਕਰਦੀ ਹੈ। ਜੇ ਕਿਤੇ ਸਿੱਖ ਰਾਜ ਆ, ਉਹਦੇ ਵਿੱਚ ਬੰਦੇ ਜਿਹੜੇ ਸਿੱਖ ਨਹੀਂ ਗਏ ਉਹਨਾਂ ਨੂੰ ਵੀ ਉਵੇਂ ਹੀ ਸਵੀਕਾਰ ਕੀਤਾ ਜਾਂਦਾ, ਤੇ ਇਸੇ ਤਰੀਕੇ ਨਾਲ ਜਿਹੜੀ ਸੁਸਾਇਟੀ ਆ ਉਹ ਵਧੀਆ ਬਣਦੀ ਹੈ। ਇਸੇ ਕਰਕੇ ਹੀ ਜਿਹੜੀਆਂ ਮਲਟੀਕਲਚਰਲ ਸੁਸਾਇਟੀਜ਼ ਆ ਉਹ ਜ਼ਿਆਦਾ ਵਧੀਆ ਨੇ, ਬਿਊਟੀਫੁਲ ਨੇ, ਤੇ ਜ਼ਿਆਦਾ ਪੀਸਫੁਲ ਨੇ, ਜ਼ਿਆਦਾ ਵਧੀਆ ਨੇ। ਸੋ ਇਸੇ ਤਰ੍ਹਾਂ ਹੀ ਜਿਹੜੀ ਸਿੱਖ ਸੁਸਾਇਟੀ ਵੀ ਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਸੀ ਨਾ, ਉਹ ਵੀ ਪ੍ਰੋਪਰ ਇੱਕ ਆਪਾਂ ਕਹਿ ਸਕਦੇ ਹਾਂ ਮਲਟੀਕਲਚਰਲ ਸੁਸਾਇਟੀ ਸੀ, ਜਿੱਥੇ ਕਿ ਜਿਹੜੇ ਦੂਜੇ ਮੱਤਾਂ ਨੂੰ ਮੰਨਣ ਵਾਲੇ ਬੰਦੇ ਆ ਉਹਨਾਂ ਦੇ ਸਤਿਕਾਰ ਦੀ ਕੋਈ ਕਮੀ ਨਹੀਂ ਸੀ। ਜਿਹੜਾ ਵਿਦਾਂਤ ਦਾ ਫਲਸਫਾ ਉਹਦੇ ਅਕੋਰਡਿੰਗ ਇਹ ਨਹੀਂ ਹੋ ਸਕਦਾ।
ਵਿਦਾਂਤ ਆ ਜਿਹੜਾ ਉਹ ਵਿਭਿੰਨਤਾ ਨੂੰ ਮੰਨਦਾ ਹੀ ਨਹੀਂਗਾ। ਸੋ ਜਿਹੜਾ ਅੱਜ ਕੱਲ੍ਹ ਹਿੰਦੂ ਫਾਸ਼ੀਵਾਦ ਉੱਭਰ ਰਿਹਾ ਇੰਡੀਆ ਦੇ ਵਿੱਚ, ਉਹਦੀ ਜੜ ਵਿੱਚ ਪਈ ਆ ਇਹ ਗੱਲ ਸਮਝਣ ਵਾਲੀ ਹੈ। ਸੋ ਜਿਹੜੀਆਂ ਉਦਾਸੀ ਤੇ ਨਿਰਮਲਾ ਪ੍ਰਣਾਲੀਆਂ ਸੀ, ਜਦੋਂ ਉਹਨਾਂ ਦੇ ਉੱਤੇ ਵਿਦਾਂਤ ਦਾ ਪ੍ਰਭਾਵ ਪੈ ਗਿਆ, ਗੁਰਬਾਣੀ ਦੀ ਵਿਆਖਿਆ ਵਿਦਾਂਤ ਰਾਹੀਂ ਹੋਣ ਲੱਗ ਗਈ। ਖਾਸ ਕਰਕੇ ਜਿਹੜਾ ਇੱਕ ਉਦਾਸੀ ਪ੍ਰਣਾਲੀ ਦਾ ਇੱਕ ਵਿਦਵਾਨ ਹੋਇਆ ਮੈਨੂੰ ਉਹਦਾ ਆਨੰਦ ਕਣ, ਉਹਨੇ ਜਪਜੀ ਸਾਹਿਬ ਦਾ ਟੀਕਾ ਕੀਤਾ। ਉਹ ਕੰਪਲੀਟਲੀ ਵਿਦਾਂਤਿਕ ਪਰਪੇਖ ਤੋਂ ਕੀਤਾ ਟੀਕਾ। ਸੋ ਸਿੱਖ ਵਿਦਵਾਨਾਂ ਦੇ ਉੱਤੇ ਵੀ ਵਿਦਾਂਤਿਕ ਪ੍ਰਣਾਲੀ ਦਾ ਪ੍ਰਭਾਵ ਪੈ ਗਿਆ। ਉਹਨਾਂ ਨੇ ਵੀ ਗੁਰਬਾਣੀ ਦੀ ਵਿਆਖਿਆ ਜਿਹੜੀ ਉਹ ਵਿਦਾਂਤ ਦੇ ਪ੍ਰਭਾਵ ਦੇ ਅਧੀਨ ਕਰਨੀ ਸ਼ੁਰੂ ਕੀਤੀ। ਪਰ ਜਿਹੜੀ ਇੱਕ ਪਰੰਪਰਾ ਸੀ ਜਿਹਦੀ ਟਕਸਾਲ ਦੇ ਵਿੱਚ ਜਿਹੜੀ ਪਰੰਪਰਾ ਚੱਲੀ ਆਉਂਦੀ ਹੈ, ਜਿਹਨੂੰ ਵਿਦਵਾਨ ਜਿਹੜੇ ਉਹ ਗਿਆਨੀ ਪ੍ਰਣਾਲੀ ਦਾ ਨਾਂ ਦਿੰਦੇ ਆ, ਸਿਰਫ ਇਹ ਪਰੰਪਰਾ ਜਿਹੜੀ ਵੇਦਾਂਤ ਦੇ ਪ੍ਰਭਾਵ ਤੋਂ ਮੁਕਤ ਰਹੀ। ਤੇ ਦੂਸਰੀ ਪਰੰਪਰਾ ਜਿਹੜੀ ਵੇਦਾਂਤ ਦੇ ਪ੍ਰਭਾਵ ਤੋਂ ਮੁਕਤ ਰਹੀ ਪਰ ਪੱਛਮੀ ਗਿਆਨ ਦੇ ਪ੍ਰਭਾਵ ਹੇਠ ਆ ਗਈ, ਉਹ ਸੀਗੀ ਸਿੰਘ ਸਭਾ ਲਹਿਰ ਤੋਂ ਬਾਅਦ ਜਿਹੜੀ ਆਧੁਨਿਕ ਵਿਆਖਿਆ ਚੱਲੀ। ਹੁਣ ਜਿਹੜੀ ਆਧੁਨਿਕ ਵਿਆਖਿਆ ਚੱਲੀ, ਉਹਨੇ ਕੀ ਕੀਤਾ ਕਿ ਉਹਨੇ ਗੁਰਬਾਣੀ ਨੂੰ ਤਰਕ ਦੇ ਅੰਡਰ ਕਰਤਾ। ਹੁਣ ਆਪਾਂ ਅਕਸਰ ਹੀ, ਤੁਸੀਂ ਬਹੁਤ ਸਾਰੇ ਪ੍ਰਚਾਰਕਾਂ ਤੋਂ ਸੁਣਿਆ ਹੋਊਗਾ ਇਹ ਗੱਲ ਕਿ ਸਿੱਖੀ ਹੈ ਜਿਹੜੀ ਉਹ ਵਿਗਿਆਨਕ ਧਰਮ ਹੈ। ਹੁਣ ਜਦੋਂ ਆਪਾਂ ਇਹ ਗੱਲ ਸੁਣਦੇ ਹਾਂ ਕਿ ਸਿੱਖੀ ਵਿਗਿਆਨਕ ਧਰਮ ਹੈ, ਸਾਨੂੰ ਬਹੁਤ ਚੰਗੀ ਲੱਗਦੀ ਹੈ, ਸਾਨੂੰ ਐਂ ਲੱਗਦਾ ਸਾਡੀ ਵਡਿਆਈ ਹੋ ਰਹੀ ਹੈ, ਪਰ ਵਡਿਆਈ ਨਹੀਂ ਹੋ ਰਹੀ। ਇਹ ਬੇਸਿਕਲੀ ਜਦੋਂ ਸਿੱਖੀ ਨੂੰ ਕੋਈ ਵਿਗਿਆਨਕ ਕਹਿੰਦਾ, ਉਹ ਮੇਰੀ ਸਮਝ ਮੁਤਾਬਕ ਤਾਂ ਉਹ ਸਿੱਖੀ ਦਾ ਨੁਕਸਾਨ ਕਰ ਰਿਹਾ। ਕਾਰਨ ਕੀ ਆ? ਜਦੋਂ ਆਪਾਂ ਕਿਸੇ ਚੀਜ਼ ਨੂੰ ਕੋਈ ਵਿਸ਼ੇਸ਼ਣ ਦਿੰਦੇ ਆ, ਜਦੋਂ ਆਪਾਂ ਕਿਸੇ ਚੀਜ਼ ਦਾ ਕੋਈ ਉਹਦਾ ਕੰਪੈਰੀਜ਼ਨ ਕਿਸੇ ਹੋਰ ਚੀਜ਼ ਨਾਲ ਕਰਦੇ ਆ ਤੇ ਉਸ ਕੰਪੈਰੀਜ਼ਨ 'ਚ ਉਸ ਚੀਜ਼ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਆਪਾਂ ਮੰਨ ਕੇ ਚੱਲ ਰਹੇ ਆ ਕਿ ਜਿਹੜਾ ਵਿਸ਼ੇਸ਼ਣ ਦਿੱਤਾ ਜਾ ਰਿਹਾ ਉਹ ਚੀਜ਼ ਉਸ ਚੀਜ਼ ਨਾਲੋਂ ਉੱਤਮ ਹੈ। ਜਦੋਂ ਆਪਾਂ ਗੁਰਬਾਣੀ ਨੂੰ ਵਿਗਿਆਨਕ ਕਹਿੰਦੇ ਆ ਤਾਂ ਆਪਾਂ ਪਹਿਲਾਂ ਹੀ ਮੰਨ ਲਿਆ ਕਿ ਵਿਗਿਆਨ ਜਿਹੜਾ ਉਹ ਗੁਰਬਾਣੀ ਦੇ ਉੱਤੇ ਹੈ। ਤੇ ਗੁਰਬਾਣੀ ਇਸ ਕਰਕੇ ਠੀਕ ਹੈ ਕਿ ਉਹ ਵਿਗਿਆਨ ਦੀ ਅਨੁਸਾਰੀ ਹੈ। ਗੁਰਬਾਣੀ ਇਸ ਕਰਕੇ ਠੀਕ ਆਪਣੇ ਆਪ 'ਚ ਠੀਕ ਨਹੀਂ, ਜੇ ਉਹ ਵਿਗਿਆਨ ਦੀ ਅਨੁਸਾਰੀ ਹੈ ਤਾਂ ਠੀਕ ਹੈ। ਪਰ ਇਸ ਤਰ੍ਹਾਂ ਦੀ ਗੱਲ ਨਹੀਂ ਗੀ। ਗੁਰਬਾਣੀ ਹੈ ਜਿਹੜੀ ਉਹ ਵਿਗਿਆਨ ਤੋਂ ਵੀ ਪਰੇ ਹੈ, ਉਹ ਤਰਕ ਤੋਂ ਵੀ ਪਰੇ ਹੈ, ਉਹ ਆਪਣੇ ਆਪ ਦੇ ਵਿੱਚ ਸੱਚ ਹੈ, ਉਹ ਕਿਸੇ ਹੋਰ ਚੀਜ਼ ਨਾਲ ਮਿਲਾ ਕੇ ਵੇਖਿਆ ਜਾਣ ਵਾਲਾ ਸੱਚ ਨਹੀਂਗਾ। ਸੋ ਜਿਵੇਂ ਬਾਈਬਲ ਦਾ ਸਾਇੰਸ ਨਾਲ ਵਿਰੋਧ ਸੀ, ਗੁਰਬਾਣੀ ਦਾ ਸਾਇੰਸ ਨਾਲ ਉਸ ਕਿਸਮ ਦਾ ਵਿਰੋਧ ਨਹੀਂ ਹੈਗਾ। ਇਹ ਗੱਲ ਕਰਨੀ ਹੋਰ ਗੱਲ ਆ, ਪਰ ਗੁਰਬਾਣੀ ਨੂੰ ਵਿਸ਼ੇਸ਼ਣ ਦੇਣਾ ਵਿਗਿਆਨਕ ਦਾ, ਇਹ ਗੱਲ ਕਰਨੀ ਹੋਰ ਗੱਲ ਆ। ਸੋ ਜਦੋਂ ਆਧੁਨਿਕ ਵਿਆਖਿਆ ਪ੍ਰਣਾਲੀ ਹੋਣ ਦੇ ਵਿੱਚ ਆਈ, ਅੰਗਰੇਜ਼ਾਂ ਦੇ ਪ੍ਰਭਾਵ ਹੇਠ, ਅੰਗਰੇਜ਼ਾਂ ਨੇ ਜਦੋਂ ਨਵਾਂ ਪੱਛਮੀ ਵਿੱਦਿਆ ਦਾ ਸਿਸਟਮ ਆ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਕੀਤਾ, ਤਾਂ ਗੁਰਬਾਣੀ ਦੀ ਇੱਕ ਤਾਰਕਿਕ ਵਿਆਖਿਆ ਹੋਣ ਲੱਗ ਗਈ। ਹੁਣ ਉਹ ਤਾਰਕਿਕ ਵਿਆਖਿਆ ਜਿਹੜੀ, ਉਹਨੇ ਕੀ ਕੀਤਾ ਕਿ ਗੁਰਬਾਣੀ ਦਾ ਸਾਰੇ ਦਾ ਸਾਰਾ ਸਰੂਪ ਹੀ ਹੋਰ ਤਰੀਕੇ ਦਾ ਹੋ ਗਿਆ। ਪਹਿਲੀ ਗੱਲ ਕੀ ਹੋਈ ਕਿ ਪੰਥਕ ਇਤਿਹਾਸ ਹੈ, ਜਿਹੜਾ ਸਿੱਖ ਇਤਿਹਾਸ ਹੈ, ਉਹਦੇ ਤੇ ਕਾਂਟਾ ਫਿਰ ਗਿਆ। ਹੁਣ ਜਿਹੜੇ ਪ੍ਰਚਾਰਕ, ਜੇ ਤੁਸੀਂ ਧਿਆਨ ਨਾਲ ਸੁਣੋ, ਜਿਹੜੇ ਪ੍ਰਚਾਰਕ ਤਰਕ ਆਧਾਰਿਤ ਵਿਆਖਿਆ ਕਰਦੇ ਆ ਗੁਰਬਾਣੀ, ਉਹਨਾਂ ਉਹ ਪ੍ਰਚਾਰਕ ਹਮੇਸ਼ਾ ਹੀ ਜਿਹੜੇ ਸਿੱਖ ਇਤਿਹਾਸ ਨੂੰ ਤੇ ਗੁਰੂ ਸਾਹਿਬਾਨ ਨਾਲ ਜੁੜੀਆਂ ਹੋਈਆਂ ਸਾਖੀਆਂ ਨੂੰ ਨਕਾਰਦੇ ਆ, ਕਿਉਂਕਿ ਉਹਨਾਂ ਸਾਖੀਆਂ ਦੀ, ਉਸ ਇਤਿਹਾਸ ਦੀ ਵਿਆਖਿਆ ਨਹੀਂ ਕੀਤੀ ਜਾਂਦੀ ਤਰਕ ਦੇ ਅਨੁਸਾਰ ਹੋ ਕੇ। ਉਹਨਾਂ ਨੂੰ ਲੱਗਦਾ ਕਿ ਹਰ ਗੱਲ ਤਰਕ ਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ, ਪਰ ਹਰ ਗੱਲ ਆ ਜਿਹੜੀ ਉਹ ਤਰਕ ਦੇ ਅਨੁਸਾਰ ਹੀ ਨਹੀਂ ਹੁੰਦੀ। ਤਰਕ ਹੈ ਜਿਹੜਾ ਉਹ ਮਨੁੱਖੀ ਅਕਲ ਦੇ ਘੇਰੇ ਦੇ ਅੰਦਰ ਆਉਣ ਵਾਲੀ ਹਰ ਚੀਜ਼ ਤੇ ਲਾਗੂ ਹੁੰਦਾ। ਉਸ ਘੇਰੇ ਤੋਂ ਬਾਹਰ ਰਹਿਣ ਵਾਲੀ ਚੀਜ਼ ਜਾਂ ਉਸ ਘੇਰੇ ਤੋਂ ਉੱਪਰ ਆ ਜਿਹੜੀ ਚੀਜ਼, ਅਕਲ ਦੇ ਦਾਇਰੇ ਤੋਂ ਬਾਹਰ ਆ ਜਿਹੜੀ ਚੀਜ਼, ਉਹਦੇ ਤੇ ਤਰਕ ਲਾਗੂ ਨਹੀਂ ਹੋ ਸਕਦਾ। ਸੋ ਜਿਹੜੇ ਸਾਡੇ ਆਧੁਨਿਕ ਵਿਆਖਿਆਕਾਰ ਹੋਏ ਆ, ਉਹਨਾਂ ਨੇ ਇਹ ਗਲਤੀ ਕੀਤੀ। ਉਹਨਾਂ ਦੇ ਵਿੱਚ ਸਭ ਤੋਂ ਸਿਰਮੌਰ ਨੇ ਜਿਹੜੇ ਉਹ ਸੀਗੇ ਪ੍ਰੋਫੈਸਰ ਸਾਹਿਬ ਸਿੰਘ। ਉਹਨਾਂ ਨੇ ਮਿਹਨਤ ਬਹੁਤ ਕੀਤੀ, ਪਰ ਉਹਨਾਂ ਦਾ ਜਿਹੜਾ ਬੇਸਿਕ ਆਈਡੀਆ ਸੀ ਕਿ ਗੁਰਬਾਣੀ ਦੀ ਇੱਕ ਤੁਕ ਦੀ ਇੱਕ ਹੀ ਮੀਨਿੰਗ ਹੋਣਾ ਚਾਹੀਦਾ, ਇੱਕ ਸ਼ਬਦ ਦਾ ਸਿਰਫ ਇੱਕ ਹੀ ਮੀਨਿੰਗ ਹੋਣਾ ਚਾਹੀਦਾ, ਤੇ ਹਰ ਵਿਆਖਿਆ ਜਿਹੜੀ ਗੁਰਬਾਣੀ ਦੀ ਹਰ ਤੁਕ ਦੀ ਵਿਆਖਿਆ ਜਿਹੜੀ ਉਹ ਤਰਕ ਆਧਾਰਿਤ, ਤੇ ਜਿਹੜੀ ਉਹਨਾਂ ਨੇ ਗ੍ਰਾਮਰ ਦਿੱਤੀ ਉਸ ਗ੍ਰਾਮਰ ਤੇ ਬੇਸਡ ਹੋਣੀ ਚਾਹੀਦੀ ਹੈ। ਸੋ ਉਸ ਸੰਬੰਧ ਦੇ ਵਿੱਚ ਮੈਂ ਇੱਕ ਸਾਖੀ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਨਾਲ। 6ਵੇਂ ਪਾਤਸ਼ਾਹ ਦੇ ਸਮੇਂ ਕੁਝ ਸਿੱਖ ਸੀ ਤੇ ਉਹਨਾਂ ਦਾ ਗੁਰਬਾਣੀ ਦੇ ਅਰਥਾਂ ਨੂੰ ਲੈ ਕੇ ਝਗੜਾ ਹੋ ਗਿਆ ਆਪਸ 'ਚ। ਤਾਂ ਉਹਨਾਂ ਨੇ ਰਲ ਮਿਲ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਉਹ ਕਹਿੰਦੇ ਕਿ ਗੁਰਬਾਣੀ ਦੇ ਅਰਥ ਕਰਦਿਆਂ ਸਾਡਾ ਝਗੜਾ ਹੋ ਜਾਂਦਾ, ਤਾਂ ਤੁਸੀਂ
ਸਾਡੀ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਇੱਕ ਵਾਰੀ ਗੁਰਬਾਣੀ ਦਾ ਟੀਕਾ ਕਰ ਦਿਓ, ਤਾਂ ਕਿ ਸਿੱਖ ਫਿਰ ਉਸ ਟੀਕੇ ਤੋਂ ਸੇਧ ਲੈ ਸਕਣ ਤੇ ਬਾਅਦ ਦੇ ਵਿੱਚ ਝਗੜੇ ਦੀ ਕੋਈ ਥਾਂ ਨਾ ਰਹੇ। ਤਾਂ ਗੁਰੂ ਸਾਹਿਬ ਦਾ ਜਿਹੜਾ ਉੱਤਰ ਹੈ ਉਹ ਬਹੁਤ ਕੁਝ ਸਪਸ਼ਟ ਕਰਦਾ। ਗੁਰੂ ਸਾਹਿਬ ਕਹਿੰਦੇ ਕਿ ਇਹੀ ਬੇਨਤੀ ਲੈ ਕੇ ਕੁਝ ਸਿੱਖ ਪੰਜਵੇਂ ਪਾਤਸ਼ਾਹ ਕੋਲੇ ਆਏ ਸੀ। ਸੋ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਇਹ ਉੱਤਰ ਦਿੱਤਾ ਕਿ ਇਹ ਬਾਣੀ ਹੈ ਜਿਹੜੀ, ਇਹ ਧੁਰਕੀ ਬਾਣੀ ਹੈ। ਜਿਹੜਾ ਟੀਕਾ ਉਹ ਜਿਹੜੀ ਵਿਆਕਰਨ ਆਧਾਰਿਤ ਰਚਨਾ ਜਿਹੜੀ ਉਹਦਾ ਟੀਕਾ ਹੋ ਸਕਦਾ, ਜਿਹੜੀ ਧੁਰਕੀ ਬਾਣੀ ਹੈ ਉਹਦਾ ਅੰਤਮ ਟੀਕਾ ਨਹੀਂ ਹੋ ਸਕਦਾ। ਜਿਹੜੇ ਗੁਰਬਾਣੀ ਦੇ ਅਰਥ ਨੇ, ਜਦੋਂ ਤੁਸੀਂ ਆਪਣਾ ਮਨ ਇਕਾਗਰ ਕਰਕੇ ਸੱਚੇ ਮਨੋਂ ਗੁਰਬਾਣੀ ਨੂੰ ਨਾਲ ਜੁੜੋਗੇ, ਉਦੋਂ ਇਹ ਤੁਹਾਡੇ ਅੰਦਰੋਂ ਉਜਾਗਰ ਹੋਣਗੇ। ਇਹ ਲਿਖੇ ਨਹੀਂ ਜਾ ਸਕਦੇ। ਅੰਤਮ ਜਿਹੜੇ ਅਰਥ ਹੈ ਗੁਰਬਾਣੀ ਦੇ ਉਹ ਲਿਖੇ ਨਹੀਂ ਜਾ ਸਕਦੇ, ਇਹ ਅੰਦਰੋਂ ਉਜਾਗਰ ਹੋਣਗੇ। ਇਸੇ ਕਰਕੇ ਜਿਹੜੀ ਆਪਣੀ ਸੰਪਰਦਾਇ ਵਿਆਖਿਆ ਪ੍ਰਣਾਲੀ ਹੈ ਉਹਦੇ 'ਚ 4 ਤਰ੍ਹਾਂ ਦੇ ਅਰਥ ਮੰਨੇ ਗਏ, 4 ਸਟੇਜਸ ਮੰਨੀਆਂ ਗਈਆਂ ਗੁਰਬਾਣੀ ਦੇ ਵਿਆਖਿਆ ਦੀਆਂ। ਪਹਿਲੀ ਹੈਗੀ ਹੈ ਸ਼ਬਦਾਰਥ, ਜਿਹਦੇ 'ਚ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਆ ਉਹਨਾਂ ਦੇ ਅਰਥ ਕਰਨੇ। ਦੂਸਰੀ ਹੈਗੀ ਹੈ ਟੀਕਾ। ਟੀਕੇ ਦਾ ਮਤਲਬ ਹੈ ਕਿ ਗੁਰਬਾਣੀ ਦੀ ਤੁਕ ਦਾ ਜਿਹੜਾ ਸਿੱਧਾ ਅਰਥ ਹੈ ਕਿ ਉਹਦੇ 'ਚ ਕੀ ਕਿਹਾ ਗਿਆ। ਤੀਜੀ ਹੈਗੀ ਹੈ ਵਿਆਖਿਆ। ਵਿਆਖਿਆ ਦੇ ਵਿੱਚ ਉਹਨੂੰ ਹੋਰ ਖੋਲ ਕੇ ਸਮਝਾਇਆ ਜਾਂਦਾ। ਤੇ ਚੌਥੀ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਆ ਪਰਮਾਰਥ। ਹੁਣ ਪਰਮਾਰਥ ਹੈ ਜਿਹੜਾ ਉਹ ਸਮਝਣ ਵਾਲੀ ਗੱਲ ਹੈ। ਪਰਮਾਰਥ ਹੈ ਜਿਹੜਾ ਪਰਮ ਅਰਥ, ਉੱਤਮ ਅਰਥ, ਸਬਲਾਈਮ ਮੀਨਿੰਗ। ਉਹਦਾ ਭਾਵ ਹੈ ਕਿ ਪਰਮ ਅਰਥ ਉਹ ਹੈ ਜਿਹੜਾ ਤੁਹਾਡੇ ਹਿਰਦੇ ਦੇ ਵਿੱਚੋਂ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਉਜਾਗਰ ਹੋਣਾ। ਹੁਣ ਜਿਹੜੀ ਚੀਜ਼ ਤੁਹਾਡੇ ਹਿਰਦੇ ਦੇ ਵਿੱਚੋਂ ਉਜਾਗਰ ਹੋਣੀ ਹੈ ਤੇ ਬਖਸ਼ਿਸ਼ ਨਾਲ ਉਜਾਗਰ ਹੋਣੀ, ਉਦੋਂ ਤੁਸੀਂ ਤਰਕ ਕਿਵੇਂ ਬਣਾਓਗੇ? ਉਹਨੂੰ ਤੁਸੀਂ ਲਿਖੋਗੇ ਕਿਵੇਂ ਦੂਸਰੇ ਵਾਸਤੇ? ਤੁਸੀਂ ਦੂਸਰੇ ਵਾਸਤੇ ਲਿਖ ਤਾਂ ਸਿਰਫ ਸ਼ਬਦਿਕ ਅਰਥ ਹੀ ਸਕਦੇ, ਸ਼ਬਦਾਰਥ ਕਰ ਸਕਦੇ ਆ, ਟੀਕਾ ਕਰ ਸਕਦੇ ਆ, ਕੁਛ ਹੱਦ ਤੱਕ ਵਿਆਖਿਆ ਕਰ ਸਕਦੇ, ਪਰ ਪਰਮਾਰਥ ਨਹੀਂ ਕਰ ਸਕਦੇ। ਪਰਮਾਰਥ ਆ ਜਿਹੜਾ ਉਹ ਬੰਦੇ ਦੇ ਅੰਦਰੋਂ ਹੀ ਉਜਾਗਰ ਹੋਣਾ, ਤੇ ਉਹ ਹਰੇਕ ਇੰਡੀਵਿਜੂਅਲ ਦੀ ਆਪਦੀ ਕਮਾਈ ਹੈ ਕਿ ਬੰਦਾ ਕਿੰਨੇ ਸੱਚੇ ਦਿਲੋਂ ਬਾਣੀ ਪੜ੍ਹਦਾ, ਕਿੰਨੇ ਸੱਚੇ ਦਿਲੋਂ ਜੁੜਿਆ ਹੋਇਆ, ਉਹਦੇ ਅੰਦਰ ਸਿਮਰਨ ਗੁਰਬਾਣੀ ਉਹਦੇ ਮਨ ਅੰਤਰ ਦੇ ਵਿੱਚ ਕਿੰਨੀ ਵਸੀ ਹੋਈ ਹੈ। ਸੋ ਜਿਹੜੀ ਆਧੁਨਿਕ ਵਿਆਖਿਆ ਪ੍ਰਣਾਲੀ ਸੀ, ਉਹਨੇ ਜਿਹੜਾ ਇਹ ਪਰਮਾਰਥ ਵਾਲਾ ਭਾਵ ਆ ਗੁਰਬਾਣੀ ਦਾ, ਉਹਦੇ ਨਾਲੋਂ ਤੋੜਤਾ। ਉਹਨੇ ਤਰਕ ਆਧਾਰਿਤ ਵਿਆਖਿਆ ਕਰਕੇ ਉਹਦੇ ਨਾਲੋਂ ਤੋੜਤਾ। ਉਹਦੇ ਨਾਲ ਜਿਹੜਾ ਇਤਿਹਾਸ, ਸਾਖੀਆਂ ਤੇ ਅੰਤਰੀਵ ਭਾਵ ਗੁਰਬਾਣੀ ਦਾ ਸਾਰਾ ਕੁਝ ਹੀ ਚੈਲੰਜ ਹੋ ਗਿਆ, ਸਾਰਾ ਕੁਝ ਤਰਕ ਆਧਾਰਿਤ ਹੋ ਗਿਆ। ਹੁਣ ਅੱਜ ਕੱਲ ਜਿਹੜਾ ਕੁਝ ਚੱਲ ਰਿਹਾ ਆਪਣੇ ਪੰਥ ਦੇ ਵਿੱਚ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਪੰਥ ਦਫਾੜ ਹੋਣ ਦੇ ਕੰਢੇ ਤੇ ਖੜਾ, ਐਨ ਕੰਢੇ ਤੇ। ਉਹਦੇ 'ਚ ਹੋਇਆ ਕਿ 1920 ਤੋਂ ਲੈ ਕੇ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਨੇ ਗੁਰਬਾਣੀ ਦਾ ਟੀਕਾ ਕਰਨਾ ਸ਼ੁਰੂ ਕੀਤਾ, ਉਹਦੇ ਤੋਂ ਲੈ ਕੇ ਹੁਣ ਤੱਕ ਉਹ ਜਿਹੜੀ ਤਰਕ ਆਧਾਰਿਤ ਵਿਆਖਿਆ ਉਹ ਬਹੁਤ ਦਬੀ ਹੋਈ ਸੀ, ਤੇ ਹੁਣ ਉਹ ਆ ਕੇ ਮੇਨ ਸਟ੍ਰੀਮ ਬਣਨ ਲੱਗ ਗਈ। ਹੁਣ ਹਰ ਬੰਦਾ ਜਿਹੜਾ ਉਹ ਰੈਡੀਮੇਡ ਚੀਜ਼ ਭਾਲਦਾ। ਜਿਵੇਂ ਮੈਂ ਦੱਸਿਆ ਨਾ ਵੀ ਜਦੋਂ ਕੌਮਾਂ ਗੁਲਾਮ ਹੋ ਜਾਂਦੀਆਂ, ਈਵਨ ਆਜ਼ਾਦ ਕੌਮਾਂ ਤੇ ਵੀ ਇਹ ਪ੍ਰੈਸ਼ਰ ਹੁੰਦੇ ਆ, ਪਰ ਜਦੋਂ ਗੁਲਾਮ ਹੋ ਜਾਂਦੀਆਂ ਉਹਨਾਂ ਦੇ ਪ੍ਰੈਸ਼ਰ ਜ਼ਿਆਦਾ ਵੱਧ ਜਾਂਦੇ ਆ। ਹੁਣ ਜਿਵੇਂ ਜਿਹੜਾ ਪੁਰਾਣਾ ਸਮਾਜਿਕ ਪ੍ਰਬੰਧ ਸੀ, ਉਹਦੇ ਵਿੱਚ ਜਿਹੜੀ ਜੀਵਨ ਦੀ ਤੋਰ ਹੈ ਹੋਰ ਤਰ੍ਹਾਂ ਦੀ ਚੱਲਦੀ ਸੀ। ਜੀਵਨ ਦਾ ਨਿਰਵਾਹ ਜਿਹੜਾ ਰੋਜ਼ਾਨਾ ਜੀਵਨ ਆ ਜਿਹੜਾ ਉਹ ਹੋਰ ਤਰ੍ਹਾਂ ਚੱਲਦਾ ਸੀ। ਜਿਹੜਾ ਬੰਦਾ ਪ੍ਰੋਡਿਊਸ ਕਰਦਾ ਸੀ ਤੇ ਉਹਦੇ ਤੇ ਨਿਰਵਾਹ ਕਰਦਾ ਸੀ। ਜਿਵੇਂ ਖੇਤੀ ਆ, ਜਿਹੜੀ ਖੇਤੀ ਆਧਾਰਿਤ ਸਮਾਜ ਆ ਜਿਹੜਾ, ਉਹਦੇ 'ਚ ਕੀ ਹੁੰਦਾ ਕਿ ਹਰ ਬੰਦਾ ਜਿਹੜਾ, ਹਰ ਪਰਿਵਾਰ ਆ ਜਿਹੜਾ, ਉਹ ਕੁਛ ਨਾ ਉਹ ਉਗਾਉਂਦਾ ਤੇ ਫਿਰ ਉਹਨੂੰ ਖਾਂਦਾ। ਪਸ਼ੂ ਪਾਲਣ ਸੀ, ਪਸ਼ੂ ਪਾਲਣ ਦੇ ਵਿੱਚ ਵੀ ਤੁਸੀਂ ਪਸ਼ੂਆਂ ਨੂੰ ਪਾਲਦੇ ਆ, ਉਹਨਾਂ ਦਾ ਦੁੱਧ ਚੋਂਦੇ ਆ, ਤੇ ਤੁਸੀਂ ਹੱਥੀਂ ਕਿਰਤ ਕਰਕੇ ਜਿਹੜੇ ਰੋਜ਼ਾਨਾ ਜੀਵਨ ਦਾ ਨਿਰਵਾਹ ਕਰਦੇ ਆ, ਤੁਹਾਡੀ ਆਪਦੀ ਉਹ ਮਿਹਨਤ ਦਾ ਫਲ ਹੁੰਦਾ। ਜਿਹੜੀ ਮਾਡਰਨ ਸੁਸਾਇਟੀ ਹੈ ਉਹਦੇ 'ਚ ਚੀਜ਼ਾਂ ਜਿਹੜੀਆਂ ਉਹ ਵਣਜ ਹੋਣ ਲੱਗ ਗਿਆ ਹਰ ਚੀਜ਼ ਦਾ। ਹੁਣ ਅਸੀਂ ਕੀ ਕਰਦੇ ਹਾਂ ਕਿ ਅਸੀਂ ਦੁੱਧ, ਹੋਰ ਅਨਾਜ ਦੀਆਂ ਵਸਤਾਂ ਜਿਹੜੀਆਂ ਉਹ ਬਾਜ਼ਾਰੋਂ ਖਰੀਦਦੇ। ਸੋ ਮੈਂ ਨਹੀਂ ਕਹਿ ਰਿਹਾ ਕਿ ਉਹਦੇ 'ਚ ਕੁਝ ਗਲਤ ਆ, ਕਿਉਂਕਿ ਉਹ ਤਾਂ ਜਿਵੇਂ ਸੁਸਾਇਟੀ ਚੱਲਦੀ ਆ ਉਵੇਂ ਹੀ ਚੱਲਣਾ ਪੈਂਦਾ।
ਪਰ ਉਹਦਾ ਜਦੋਂ ਅਸੀਂ ਉਹਦੇ ਵੱਲ ਪ੍ਰੋਪਰ ਧਿਆਨ ਨਹੀਂ ਦਿੰਦੇ, ਉਹਦੇ ਤੇ ਉਹਦਾ ਅਸਰ ਹੈ ਜਿਹੜਾ ਉਹ ਜੀਵਨ ਦੇ ਹੋਰ ਪਹਿਲੂਆਂ ਤੇ ਪੈਣ ਲੱਗ ਜਾਂਦਾ। ਜਿਵੇਂ ਅਧਿਆਤਮਕ ਪੱਖ ਵੀ ਉਹਦੇ ਤੋਂ ਪ੍ਰਭਾਵਿਤ ਹੋਣ ਲੱਗ ਜਾਂਦਾ। ਹੁਣ ਅਸੀਂ ਗੁਰਬਾਣੀ ਦੀ ਕਮਾਈ ਕਰਨ ਦੀ ਬਜਾਏ ਅਸੀਂ ਗੁਰਬਾਣੀ ਦੇ ਰੈਡੀਮੇਡ ਅਰਥ ਭਾਲਦੇ ਕਿ ਕੋਈ ਬੰਦਾ ਆਵੇ, ਉਹ ਸਟੇਜ ਤੋਂ ਖੜੇ ਗੁਰਬਾਣੀ ਦੇ ਅਰਥ ਕਰੇ ਤੇ ਉਹਨਾਂ ਅਰਥਾਂ ਨੂੰ ਹੀ ਅਸੀਂ ਅੱਗੇ ਚਲਾਈ ਜਾਈਏ ਤੇ ਉਹਨਾਂ ਅਰਥਾਂ ਨੂੰ ਸਾਨੂੰ ਨਾ ਕੁਛ ਕਰਨਾ ਪਵੇ, ਸਾਨੂੰ ਮਿਹਨਤ ਨਾ ਕਰਨੀ ਪਵੇ। ਸੋ ਇਹ ਜਿਹੜੀ ਇਹ ਟੈਂਡੈਂਸੀ ਹੈ, ਕਿਉਂਕਿ ਸੁਸਾਇਟੀ ਨਵੀਆਂ ਲੀਹਾਂ ਤੇ ਆਰਗੇਨਾਈਜ਼ ਹੋ ਗਈ, ਉਹਦੇ ਕਰਕੇ ਸਾਡੇ ਮਾਨਸਿਕ ਜਿਹੜੇ ਰੁਝਾਨ ਹੈ ਉਹ ਚੇਂਜ ਹੋ ਗਏ ਤੇ ਉਹਦੇ ਨਾਲ ਗੁਰਬਾਣੀ ਵਿਆਖਿਆ, ਗੁਰਬਾਣੀ ਕਿਵੇਂ ਪ੍ਰੈਕਟਿਸ ਦੇ ਵਿੱਚ ਆਉਂਦੀ ਹੈ, ਉਹ ਵੀ ਸਾਰਾ ਕੁਝ ਚੇਂਜ ਹੋ ਗਿਆ। ਤੇ ਹੁਣ ਸਮਝਣ ਵਾਲੀ ਗੱਲ ਆ ਫਿਰ ਇਹਦਾ ਕੀਤਾ ਕੀ ਜਾਵੇ। ਸਭ ਤੋਂ ਵੱਡੀ ਜਿਹੜਾ ਚੈਲੰਜ ਆ ਸਾਡੇ ਸਾਹਮਣੇ ਉਹ ਇਹ ਹੈ ਕਿ ਇੱਕ ਪਾਸੇ ਤਰਕ ਆਧਾਰਿਤ ਵਿਆਖਿਆ, ਇੱਕ ਪਾਸੇ ਆ ਜਿਹੜੀ ਗੁਰਬਾਣੀ ਦੇ ਅੰਤਰੀਵ ਭਾਵ ਨੂੰ ਸਮਝਣ ਵਾਲੀ ਜਿਹੜੀ ਗੁਰਬਾਣੀ ਦੀ ਕਮਾਈ ਦੇ ਆਧਾਰਿਤ ਵਿਆਖਿਆ ਜਿਹੜੀ ਉਹ ਆ। ਸੋ ਇਹਨਾਂ ਦੋਵਾਂ ਦੇ ਵਿੱਚ ਤਰੇੜ ਪੈ ਰਹੀ ਹੈ। ਉਹਦੇ ਆਧਾਰ ਤੇ ਹੀ ਗੁਰਦੁਆਰੇ ਬਣ ਰਹੇ ਆ, ਉਹਦੇ ਆਧਾਰ ਤੇ ਵੱਖੋ ਵੱਖਰੇ ਪ੍ਰਚਾਰਕ ਆ ਜਿਹੜੇ ਉਹ ਪ੍ਰਚਾਰ ਕਰ ਰਹੇ ਆ। ਜਿਹੜੇ ਤਰਕ ਆਧਾਰਿਤ ਵਿਆਖਿਆ ਵਾਲੇ ਪ੍ਰਚਾਰਕ ਆ, ਆਧੁਨਿਕ ਪ੍ਰਚਾਰਕ, ਆਧੁਨਿਕ ਵਿਆਖਿਆ ਕਰਦੇ ਆ ਜਿਹੜੇ ਉਹ ਉਹਨਾਂ ਦੀ ਲਾਈਨ ਟੋਟਲੀ ਵੱਖਰੀ ਹੋ ਗਈ। ਜਿਹੜੇ ਆਪਣੇ ਸੰਪਰਦਾਇ ਪ੍ਰਚਾਰਕ ਆ ਉਹਨਾਂ ਦੀ ਲਾਈਨ ਆ ਜਿਹੜੀ ਵੱਖਰੀ ਹੋ ਗਈ, ਉਹ ਇੱਕ ਦੂਜੇ ਤੋਂ ਦੂਰ ਹੀ ਦੂਰ ਹੋਈ ਜਾਂਦੇ ਆ। ਸੋ ਉਹਦੇ 'ਚ ਕੀਤਾ ਕੀ ਜਾਵੇ। ਉਹਦੇ 'ਚ ਹੁਣ ਜਿਹੜੀ ਟਕਸਾਲ ਦਮਦਮੀ ਟਕਸਾਲ ਜਿਹੜੀ ਸੰਸਥਾ ਆ ਉਹਦੀ ਰੈਲੇਵੈਂਸ ਵੀ ਜ਼ਿਆਦਾ ਤੇ ਉਹਦੇ ਸਿਰ ਤੇ ਜ਼ਿੰਮੇਵਾਰੀ ਵੀ ਜ਼ਿਆਦਾ। ਸੋ ਜਿਹੜੀ ਦਮਦਮੀ ਟਕਸਾਲ ਆ, ਕਿਉਂਕਿ ਇਹ ਗੁਰੂ ਸਾਹਿਬ ਦੇ ਸਮੇਂ ਤੋਂ ਸੀਨਾ ਬਸੀਨਾ ਚੱਲਦੀ ਆ ਰਹੀ ਹੈ, ਉਹਦੇ ਕਰਕੇ ਦਮਦਮੀ ਟਕਸਾਲ ਦੇ ਵਿੱਚ ਇਹ ਪਾਵਰ ਹੈਗੀ ਆ ਕਿ ਦਮਦਮੀ ਟਕਸਾਲ ਆ ਜਿਹੜੀ ਉਹ ਪਰੰਪਰਾਗਤ ਰੂਪ ਹੈ ਜਿਹੜੇ ਗੁਰਬਾਣੀ ਦੇ ਉਹਨਾਂ ਨੂੰ ਸੁਰਜੀਤ ਕਰ ਸਕਦੀ ਹੈ, ਪੁਨਰ ਸੁਰਜੀਤ ਕਰ ਸਕਦੀ ਹੈ। ਉਹ ਕਿਵੇਂ? ਜਿਵੇਂ ਹੁਣ ਹੁੰਦਾ ਕੀ ਹੈ ਕਿ ਜਦੋਂ ਕਿਸੇ ਕੌਮ ਦਾ ਰਾਜਨੀਤਿਕ ਸੰਘਰਸ਼ ਚੱਲਦਾ ਤੇ ਉਹ ਰਾਜਨੀਤਿਕ ਸੰਘਰਸ਼ ਆ ਜਿਹੜਾ ਉਹ ਹਿੰਸਕ ਰੂਪ ਅਖਤਿਆਰ ਕਰ ਜਾਂਦਾ। ਜਿਵੇਂ ਆਪਣੇ ਪੰਥ ਦੇ ਵਿੱਚ ਹੋਇਆ ਕਿ 84 ਤੋਂ ਬਾਅਦ ਸਰਕਾਰੀ ਜ਼ਬਰ ਹੈ ਜਿਹੜਾ ਉਹ ਵੱਧ ਗਿਆ ਤੇ ਉਹਦਾ ਜਵਾਬ ਵੀ ਸਿੱਖਾਂ ਨੇ ਹਥਿਆਰਬੰਦ ਸੰਘਰਸ਼ ਦੇ ਰੂਪ ਦੇ ਵਿੱਚ ਦਿੱਤਾ। ਤਾਂ ਉਹਦਾ ਇੱਕ ਅਸਰ ਇਹ ਹੁੰਦਾ ਕਿ ਉਹਦੇ ਚੋਂ ਜਦੋਂ ਜਿਹੜੀ ਵਿਰੋਧੀ ਧਿਰ ਜਦੋਂ ਹਾਵੀ ਹੋ ਜਾਂਦੀ ਹੈ ਤਾਂ ਉਹ ਜਿਹੜੀਆਂ ਪੰਥ ਦੀਆਂ ਰਵਾਇਤੀ ਸੰਸਥਾਵਾਂ ਹੁੰਦੀਆਂ ਉਹਨਾਂ ਨੂੰ ਖਤਮ ਕਰਨ ਲੱਗ ਜਾਂਦੀ ਹੈ, ਕਿਉਂਕਿ ਉਹ ਪਾਵਰਫੁੱਲੀ ਇੰਨੀ ਹੋ ਜਾਂਦੀ ਹੈ। ਪਹਿਲੀ ਵਾਰੀ ਇਹ ਹੋਇਆ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ। ਅੰਗਰੇਜ਼ਾਂ ਨੇ ਆਉਣ ਸਾਰ ਪੰਥਕ ਸੰਸਥਾਵਾਂ ਸੀ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਰੰਪਰਾ ਤੇ ਦਰਬਾਰ ਸਾਹਿਬ ਦਾ ਪ੍ਰਬੰਧ ਸੀ ਜਿਹੜਾ ਉਹਨੂੰ ਕਬਜ਼ੇ ਦੇ ਵਿੱਚ ਕੀਤਾ ਤੇ ਉਹਦੀ ਨੇਚਰ ਚੇਂਜ ਕਰਤੀ। ਤੇ 84 ਤੋਂ ਬਾਅਦ ਵੀ ਜਿਹੜੀਆਂ ਪੰਥਕ ਸੰਸਥਾਵਾਂ ਉਹਨਾਂ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਵੱਧ ਗਈ। ਜਿਵੇਂ ਹੁਣ ਆਪਾਂ ਨੂੰ ਪਤਾ ਵੀ ਸ਼੍ਰੋਮਣੀ ਕਮੇਟੀ ਤਾਂ ਜਿਹੜਾ ਕੰਮਕਾਜ ਆ ਉਹਦੇ 'ਚ ਸਰਕਾਰ ਦੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਹੈ ਤੇ ਹੋਰ ਸੰਸਥਾਵਾਂ ਦੇ ਵਿੱਚ ਵੀ ਸਰਕਾਰ ਦੀ ਦਖਲਅੰਦਾਜ਼ੀ ਹੈ ਜਿਹੜੀ ਉਹ ਵੱਧ ਗਈ। ਸੋ ਜੇ ਸਿੱਧੀ ਦਖਲਅੰਦਾਜ਼ੀ ਨਾ ਵੀ ਹੋਵੇ ਤਾਂ ਉਹਨਾਂ ਸੰਸਥਾਵਾਂ ਤੇ ਜਿਹੜੀਆਂ ਉਸ ਧਰਤੀ ਤੇ ਕੰਮ ਕਰ ਰਹੀਆਂ ਹੁੰਦੀਆਂ ਉਹਨਾਂ ਤੇ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਹੁੰਦਾ ਕਿ ਉਹ ਸੰਸਥਾਵਾਂ ਆਜ਼ਾਦ ਤਰੀਕੇ ਨਾਲ ਕੰਮ ਨਹੀਂ ਕਰ ਸਕਦੀਆਂ। ਉਹ ਉਹਨੇ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਸਕਦੀਆਂ ਜਿੰਨੇ ਵਧੀਆ ਤਰੀਕੇ ਨਾਲ ਉਹ ਜੇ ਕਿਸੇ ਹੋਰ ਜਗ੍ਹਾ ਤੋਂ ਆਪਰੇਟ ਕਰ ਰਹੀਆਂ ਹੋਣ ਤਾਂ ਕਰ ਸਕਣ। ਸੋ ਹੁਣ ਜਿਵੇਂ ਆਪਾਂ ਇਸ ਕੈਲੀਫੋਰਨੀਆ ਦੀ ਧਰਤੀ ਤੇ ਗਦਰੀ ਬਾਬਿਆਂ ਦੀ ਧਰਤੀ ਤੇ ਬਹਿ ਕੇ ਇਹ ਵਿਚਾਰਾਂ ਕਰ ਰਹੇ ਹਾਂ, ਇਸ ਗੱਲ ਦੀ ਬਹੁਤ ਵੱਡੀ ਅਹਿਮੀਅਤ ਹੈ, ਇਹ ਸਾਨੂੰ ਸਮਝਣੀ ਚਾਹੀਦੀ। ਹੁਣ ਗਦਰੀ ਬਾਬਿਆਂ ਨੇ ਇਸ ਧਰਤੀ ਦੇ ਉੱਤੋਂ ਇੱਕ ਬਹੁਤ ਪਾਵਰਫੁੱਲ ਰਾਜਨੀਤਿਕ ਲਹਿਰ ਸ਼ੁਰੂ ਕੀਤੀ। ਸੋ ਅੱਜ ਮੈਨੂੰ ਲੱਗਦਾ ਵੀ ਜਿਹੜੀ ਟਕਸਾਲ ਦੇ ਸਿਰ ਜ਼ਿੰਮੇਵਾਰੀ ਹੈ ਉਹ ਇਹ ਹੈ ਕਿ ਇਸ ਧਰਤੀ ਤੋਂ ਅੱਜ ਆਪਾਂ ਬਹੁਤ ਵੱਡੀ ਜਿਹੜੀ ਇੰਟੈਲੈਕਚੁਅਲ ਲਹਿਰ ਸ਼ੁਰੂ ਕਰ ਸਕਦੇ। ਸੋ ਉਹਦੇ ਲਈ ਕਰਨਾ ਕੀ ਪਊਗਾ? ਉਹਦੇ ਲਈ ਜਿਵੇਂ ਪਰੰਪਰਾਗਤ ਰੂਪ ਹੈ ਜਿਹੜਾ ਟਕਸਾਲ ਦਾ 84 ਤੋਂ ਪਹਿਲਾਂ ਦਾ, ਉਹਨੂੰ ਸੁਰਜੀਤ ਕਰਨਾ ਪਊਗਾ। ਕਿਉਂਕਿ ਉਹਦੇ 'ਚ ਗੱਲ ਕੀ ਹੈ ਵੀ ਜਿਹੜੀ ਪੱਛਮੀ ਵਿੱਦਿਆ ਨਾ ਉਹਦਾ ਸਿੱਖ ਵਿੱਦਿਆ ਨਾਲੋਂ ਫਰਕ ਇਹ ਹੈ ਵੀ ਸਿੱਖਾਂ ਦੇ ਵਿੱਚ ਜਿਹੜੀ ਪ੍ਰੈਕਟਿਸ ਹੈ, ਗਿਆਨ ਹੈ, ਜਿਹੜਾ ਗਿਆਨ ਪ੍ਰਾਪਤੀ ਹੈ, ਵਿੱਦਿਆ ਪ੍ਰਾਪਤੀ, ਉਹ ਜਿਹੜਾ ਰੋਜ਼ਾਨਾ ਜ਼ਿੰਦਗੀ ਨਿੱਤ ਦਿਨ ਦੀ ਜ਼ਿੰਦਗੀ ਹੈ ਜਿਹੜੀ ਉਹਦੀ ਪ੍ਰੈਕਟਿਸ ਦੇ ਨਾਲ ਜੁੜੀ ਹੋਈ ਹੈ, ਉਹਦੇ ਨਾਲ ਉਹ ਅਲੱਹਿਦਗੀ 'ਚ ਨਹੀਂ ਵੇਖੀ ਜਾ ਸਕਦੀ। ਜਿਹੜੀ ਪੱਛਮੀ ਵਿੱਦਿਆ ਇਹਦੇ 'ਚ ਇਹ ਨਹੀਂ ਹੁੰਦਾ ਗਾ। ਇਹਦੇ 'ਚ ਤੁਸੀਂ ਜੋ ਵੀ ਪੜ੍ਹਨਾ ਉਹਨੂੰ ਪੜ੍ਹੋ
बाकी टाइम जो मर्जी करो। ਤੁਸੀਂ ਜੇ ਜਿਹੜੇ ਯੂਨੀਵਰਸਿਟੀਆਂ ਸਟੂਡੈਂਟ ਪੜ੍ਹਦੇ ਆ, ਜੇ ਤੁਸੀਂ ਉਹਨਾਂ ਦਾ ਵੇਖੋ ਤਾਂ ਉਹ ਜਿਹੜਾ ਕੁਝ ਪੜ੍ਹਦੇ ਆ ਉਹਨਾਂ ਵਾਸਤੇ ਕੋਈ ਜ਼ਰੂਰੀ ਨਹੀਂਗਾ ਵੀ ਉਹਨੂੰ ਆਪਦੇ ਜੀਵਨ ਦੇ ਵਿੱਚ ਵੀ ਲਿਆਉਣ। ਪਰ ਜਿਹੜੀ ਧਾਰਮਿਕ ਵਿੱਦਿਆ ਉਹਦੇ 'ਚ ਆਏ ਨਹੀਂ ਹੁੰਦਾ ਗਾ। ਉਹਦੇ ਜਿਹੜਾ ਕੁਝ ਤੁਸੀਂ ਪੜ੍ਹਦੇ ਆ ਉਹਨੂੰ ਤੁਹਾਨੂੰ ਆਪਦੇ ਜੀਵਨ 'ਚ ਵੀ ਲਿਆਉਣਾ ਪੈਂਦਾ। ਜੇ ਤੁਸੀਂ ਜੀਵਨ 'ਚ ਨਹੀਂ ਲਿਆਂਦਾ ਤਾਂ ਉਹਦਾ ਮੀਨਿੰਗ ਹੀ ਨਹੀਂਗਾ। ਸੋ ਉਹਦੇ ਲਈ ਸਾਨੂੰ ਵੱਖਰੀ ਕਿਸਮ ਦੀਆਂ ਸੰਸਥਾਵਾਂ ਦੀ ਲੋੜ ਹੈ। ਟਕਸਾਲ ਉਹਦੀ ਇੱਕ ਮਿਸਾਲ ਆ ਕਿ ਟਕਸਾਲ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੀ ਵਿੱਦਿਆ ਪ੍ਰਾਪਤੀ ਹੈ ਟਕਸਾਲ ਦੇ ਵਿੱਚ, ਉਹ ਟਕਸਾਲ ਦੇ ਵਿੱਚ ਹੀ ਵਿਦਿਆਰਥੀ ਰਹਿੰਦੇ ਆ ਤੇ ਉਹਨਾਂ ਦਾ ਡੇਲੀ ਦਾ ਰੂਟੀਨ ਆ ਜਿਹੜਾ ਉਹ ਨਿਰਧਾਰਿਤ ਕੀਤਾ ਜਾਂਦਾ ਉਹ ਟਕਸਾਲ ਦੀ ਮਰਿਆਦਾ ਦੇ ਅਕੋਰਡਿੰਗ। ਸੋ ਹੁਣ ਇੱਥੇ ਜਿਹੜੀ ਸੰਸਥਾ ਬਣੇ ਉਹਦਾ ਉਦੇਸ਼ ਹੈ ਕਿ ਇਹ ਹੋਣਾ ਚਾਹੀਦਾ ਵੀ ਜੇ ਹਮੇਸ਼ਾ ਵਾਸਤੇ ਨਹੀਂ ਤਾਂ ਘੱਟੋ ਘੱਟ ਸਾਲ ਦੇ ਵਿੱਚ ਮਹੀਨੇ 2 ਮਹੀਨਿਆਂ ਵਾਸਤੇ ਜਿਹੜੇ ਨੌਜਵਾਨ ਵਿਦਿਆਰਥੀ ਨੇ ਉਹਨਾਂ ਨੂੰ ਉੱਥੇ ਜਿਵੇਂ 1 ਮਹੀਨੇ ਵਾਸਤੇ ਦਿਨ ਰਾਤ ਉੱਥੇ ਰਹਿਣ ਦਾ ਪ੍ਰਬੰਧ ਹੋਵੇ ਤੇ ਉੱਥੇ 4 ਤਰ੍ਹਾਂ ਦੀ ਵਿੱਦਿਆ ਜਿਹੜੀ ਸੰਥਿਆ, ਸ਼ਸਤਰ ਵਿੱਦਿਆ, ਰਾਗ ਵਿੱਦਿਆ ਤੇ ਕਥਾ, ਇਹ 4 ਤਰ੍ਹਾਂ ਦੀ ਵਿੱਦਿਆ ਦਿੱਤੀ ਜਾਵੇ। ਹੁਣ ਉਹਦੇ ਨਾਲ ਫਰਕ ਕੀ ਪਊਗਾ ਕਿ ਜਿਹੜੇ ਵਿਦਿਆਰਥੀਆਂ ਨੂੰ ਪੱਛਮੀ ਵਿੱਦਿਆ ਦਾ ਗਿਆਨ ਹੈ ਤੇ ਉਹਨਾਂ ਨੂੰ ਇਹ ਸੋਝੀ ਹੈ ਕਿ ਪੱਛਮੀ ਵਿੱਦਿਆ ਜਿਹੜੀ ਉਹ ਅੰਤਮ ਨਹੀਂਗੀ ਤੇ ਗੁਰਬਾਣੀ ਦੀ ਵਿਆਖਿਆ ਜਿਹੜੀ ਉਹ ਪੱਛਮੀ ਗਿਆਨ ਦੇ ਅਨੁਸਾਰੀ ਹੋ ਕੇ ਨਹੀਂ ਕਰਨੀ, ਇਹਦੇ ਤੋਂ ਬਾਹਰ ਹੋ ਕੇ ਕਰਨੀ ਹੈ। ਜਦੋਂ ਉਹ ਜਿਹੜੀ ਸਾਡੀ ਸੰਪਰਦਾਇ ਵਿੱਦਿਆ ਉਹਨੂੰ ਪ੍ਰਾਪਤ ਕਰਨਗੇ ਤਾਂ ਉਹਦੇ ਨਾਲ ਹੀ ਇੱਕ ਨਵੀਂ ਜਨਰੇਸ਼ਨ ਜਿਹੜੀ ਸਿੱਖ ਪ੍ਰਚਾਰਕਾਂ ਦੀ ਪੈਦਾ ਹੋਊਗੀ। ਜਿੰਨਾ ਚਿਰ ਉਹ ਜਨਰੇਸ਼ਨ ਨਹੀਂ ਪੈਦਾ ਹੁੰਦੀ ਉਹਨਾਂ ਚਿਰ ਜਿਹੜੀ ਪੰਥ ਆ ਜਿਹੜਾ ਉਹ ਨਵੀਂ ਦਿਸ਼ਾ ਨਹੀਂ ਲੈ ਸਕਦਾ। ਅਦਰਵਾਈਜ਼ ਹੁੰਦਾ ਕੀ ਹੈ, ਜਦੋਂ ਕੋਈ ਇੱਕ ਵਿਆਖਿਆ ਦਾ ਤਰੀਕਾ ਭਾਰੂ ਪੈ ਜਾਂਦਾ ਨਾ, ਫਿਰ ਜਿਹੜੀਆਂ ਪਰੰਪਰਾਗਤ ਸੰਸਥਾਵਾਂ ਚੱਲ ਰਹੀਆਂ ਹੁੰਦੀਆਂ ਉਹ ਬੇਅਸਰ ਹੋ ਜਾਂਦੀਆਂ। ਜਿਵੇਂ ਹੁਣ ਮੈਨੂੰ ਕਿਸੇ ਨੇ ਦੱਸਿਆ ਬਈ ਹੋ ਕੀ ਰਿਹਾ ਕਿ ਜਿਹੜੀ ਤਰਕ ਆਧਾਰਿਤ ਵਿਆਖਿਆ ਉਹ ਹਾਵੀ ਹੋ ਗਈ, ਉਹ ਠੀਕ ਲੱਗਣ ਲੱਗ ਗਈ ਕਿਉਂਕਿ ਉਹ ਸਾਰੇ ਦਾ ਸਾਰਾ ਜਿਹੜਾ ਦੁਨੀਆ ਦਾ ਸਿਸਟਮ ਹੀ ਮਾਡਰਨ ਸਾਇੰਸ ਤੇ ਮਾਡਰਨ ਐਜੂਕੇਸ਼ਨ ਤੇ ਬੇਸਡ ਹੋ ਗਿਆ। ਉਹਦੇ ਨਾਲ ਕਈ ਵਾਰੀ ਜਿਹੜੇ ਬੰਦਿਆਂ ਨੇ ਪ੍ਰਚਾਰਕਾਂ ਨੇ ਟਕਸਾਲ ਦੇ ਵਿੱਚੋਂ ਵਿੱਦਿਆ ਪ੍ਰਾਪਤ ਕੀਤੀ, ਪਰ ਕਈ ਵਾਰੀ ਜਦੋਂ ਉਹ ਬਹੁਤੇ ਸਟਰੋਂਗ ਨਹੀਂ ਹੁੰਦੇ ਉਹ ਸਹਾਰਾ ਲੈਣ ਲੱਗ ਜਾਂਦੇ ਆ ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਦਾ। ਇਹ ਹੁੰਦਾ। ਸੋ ਇਹ ਕਿਉਂ ਹੁੰਦਾ? ਕਿਉਂਕਿ ਜਿਹੜੀ ਉਹ ਤਰਕ ਆਧਾਰਿਤ ਵਿਆਖਿਆ ਉਹਦਾ ਪ੍ਰੋਪਰ ਤੋੜ ਨਹੀਂ ਦਿੱਤਾ ਗਿਆ ਹਜੇ ਤੱਕ। ਜਿਵੇਂ ਮੈਂ ਇਸਲਾਮ ਦੀ ਉਦਾਹਰਨ ਦਿੱਤੀ ਸੀ ਕਿ ਇਸਲਾਮ ਦੇ ਵਿੱਚ ਅਲ ਗਜ਼ਾਲੀ ਨਾਂ ਦੇ ਫਿਲਾਸਫਰ ਨੇ ਉਹ ਸ਼ੁਰੂ ਦੇ ਵਿੱਚ ਹੀ ਉਸ ਤਰੀਡ ਨੂੰ ਰੋਕਤਾ। ਉਹਨੇ ਇਹ ਸਾਬਤ ਕਰਤਾ ਵੀ ਤਰਕ ਆਧਾਰਿਤ ਵਿਆਖਿਆ ਨਹੀਂ ਤੁਸੀਂ ਕਰ ਸਕਦੇ ਕੁਰਾਨ ਦੀ ਵਿਆਖਿਆ ਜਿਹੜੀ ਉਹ ਕੁਰਾਨ ਤੇ ਆਧਾਰਿਤ ਹੀ ਹੋ ਸਕਦੀ। ਇਸੇ ਤਰ੍ਹਾਂ ਜਿਹੜੀ ਗੁਰਬਾਣੀ ਦੀ ਵਿਆਖਿਆ ਉਹ ਵੀ ਗੁਰਬਾਣੀ ਦੇ ਆਧਾਰਿਤ ਹੀ ਹੋ ਸਕਦੀ ਹੈ। ਗੁਰਬਾਣੀ ਦੀ ਵਿਆਖਿਆ ਵਿਦਾਂਤ ਜਾਂ ਪੱਛਮੀ ਗਿਆਨ ਤੇ ਆਧਾਰਿਤ ਨਹੀਂ ਹੋ ਸਕਦੀ। ਜਿੰਨਾ ਚਿਰ ਇਹ ਗੱਲ ਚੰਗੀ ਤਰ੍ਹਾਂ ਸਟੈਬਲਿਸ਼ ਨਹੀਂ ਹੁੰਦੀ ਉਹਨਾਂ ਚਿਰ ਜਿਹੜੇ ਨਵੇਂ ਪ੍ਰਚਾਰਕ ਨਿਕਲਣਗੇ ਉਹ ਉਸ ਪ੍ਰਭਾਵ ਤੋਂ ਆਜ਼ਾਦ ਨਹੀਂ ਹੋ ਸਕਣਗੇ। ਉਹ ਇੱਕ ਜਾਂ ਦੂਜੇ ਪਾਸੇ ਝੁਕ ਜਾਣਗੇ। ਜਿਵੇਂ ਕਿ ਪਹਿਲਾਂ ਆਪਾਂ ਦੇਖਿਆ ਕਿ ਉਦਾਸੀ ਤੇ ਨਿਰਮਲਾ ਪਰੰਪਰਾਵਾਂ ਨਾਲ ਹੋ ਗਿਆ ਕਿ ਉਹ ਵਿਦਾਂਤ ਲਈ ਝੁਕ ਗਏ ਤੇ ਜਿਹੜੀ ਸਿੰਘ ਸਭਾ ਤੋਂ ਲਹਿਰ ਤੋਂ ਬਾਅਦ ਜਿਹੜੀ ਆਧੁਨਿਕ ਵਿਆਖਿਆ ਪ੍ਰਣਾਲੀ ਹੋਂਦ ਚ ਆਈ ਉਹ ਸਾਰੇ ਤਰਕ ਆਧਾਰਿਤ ਪੱਛਮੀ ਗਿਆਨ ਦੇ ਪ੍ਰਭਾਵ ਦੇ ਹੇਠ ਆ ਕੇ ਗੁਰਬਾਣੀ ਦੀ ਵਿਆਖਿਆ ਕਰਨ ਲੱਗ ਗਏ। ਸੋ ਅੱਜ ਚੈਲੰਜ ਆ ਜਿਹੜਾ ਉਹ ਇਹ ਹੈ ਟਕਸਾਲ ਦੇ ਸਾਹਮਣੇ ਵੀ ਤੇ ਪੰਥ ਦੇ ਸਾਹਮਣੇ, ਸਮੁੱਚੇ ਰੂਪ ਦੇ ਵਿੱਚ ਪੰਥ ਦੇ ਸਾਹਮਣੇ ਵੀ, ਕਿ ਗੁਰਬਾਣੀ ਦੇ ਆਧਾਰ ਤੇ ਵਿਆਖਿਆ ਹੋਣੀ ਚਾਹੀਦੀ ਹੈ ਜਿਹੜੀ ਕਿ ਟਕਸਾਲ ਆ ਜਿਹੜੀ ਇਹਨੇ ਇਹ ਇਨਹੈਰਿਟ ਕੀਤੀ ਹੈ ਗਿਆਨੀ ਪਰੰਪਰਾ ਦੇ ਰੂਪ ਵਿੱਚ, ਗਿਆਨੀ ਵਿਆਖਿਆ ਪ੍ਰਣਾਲੀ ਦੇ ਰੂਪ ਦੇ ਵਿੱਚ। ਟਕਸਾਲ ਇਹਦੀ ਵਾਰਸ ਆ ਉਸ ਜਿਹੜੀ ਪ੍ਰੋਪਰ ਸਿੱਖ ਵਿਆਖਿਆ ਪ੍ਰਣਾਲੀ ਦੀ। ਸੋ ਉਹ ਵਿਆਖਿਆ ਪ੍ਰਣਾਲੀ ਹੈ ਜਿਹੜੀ ਉਹਨੂੰ ਸਾਨੂੰ ਸੁਰਜੀਤ ਕਰਨਾ ਪੈਣਾ। ਉਹਦੇ ਨਾਲ ਹੀ ਜਿਹੜੀ ਡੇਲੀ ਲਾਈਫ ਹੈ ਨਾ ਸਾਡੀ ਜਿਹੜੀ, ਉਹਦੇ ਚੋਂ ਵੀ ਜਿਹੜੇ ਬੇਗਾਨੇ ਪ੍ਰਭਾਵ ਆ ਉਹਦੇ ਚੋਂ ਹੀ ਤਾਂ ਹੀ ਖਤਮ ਹੋਣਗੇ। ਜਿਵੇਂ ਹੁਣ ਮੈਂ ਇੱਕ ਆਖਰੀ ਗੱਲ ਕਹਿ ਕੇ ਆਪਣੀ ਗੱਲ ਖਤਮ ਕਰੂੰਗਾ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀ ਸੁਸਾਇਟੀ ਦੇ ਵਿੱਚ ਆਪਾਂ ਰਹਿੰਦੇ ਆ ਉਸ ਸੁਸਾਇਟੀ ਦੀ ਜੀਵਨ ਦ੍ਰਿਸ਼ਟੀ ਆ ਉਹ ਮੱਲੋ ਮੱਲੀ ਆਪਣੇ ਤੇ ਪ੍ਰਭਾਵ ਪਾਉਂਦੀ ਹੈ ਤੇ ਐਸ ਸਿਕਸ ਆਪਣੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪ੍ਰਭਾਵ ਭਾਵੇਂ ਸਾਡੇ ਕੋਈ ਵੈਰ ਭਾਵਨਾ ਨਹੀਂ ਗੀ ਉਹਨਾਂ ਸੁਸਾਇਟੀਜ਼ ਨਾਲ,
उस विश्व दृष्टि नाल भी साडी कोई वैर भावना नहीं, पर साडी जिम्मेवारी ये बनती है कि जिहड़ी सिੱਖੀ ਦੀ ਨਿਆਰੀ ਪਛਾਣ है, जिहड़ी सुतंत्र हस्ती है सिੱਖੀ ਦੀ, ਉਹਨੂੰ बरकरार रखण वास्ते ਉਹਨਾਂ ਪ੍ਰਭਾਵਾਂ ਤੋਂ ਬਚਿਆ ਜਾਵੇ। नहीं ਤਾਂ ਉਹ ਪ੍ਰਭਾਵ ਆ ਜਿਹੜੇ ਉਹ ਹਰ ਜਨਰੇਸ਼ਨ ਬਾਅਦ ਵੱਧਦੇ ਜਾਂਦੇ ਆ, ਤੇ ਹਰ ਜਨਰੇਸ਼ਨ ਬਾਅਦ ਉਹ ਬਾਅਦ ਦੇ ਵਿੱਚ ਜਿਵੇਂ 2-3 ਜਨਰੇਸ਼ਨਾਂ ਬਾਅਦ ਤੁਹਾਨੂੰ ਪਤਾ ਲੱਗਦਾ ਕਿ ਇਹ ਤਾਂ ਸਾਰੀ ਗੱਲ ਹੀ ਬਦਲ ਗਈ। ਜਿਵੇਂ ਹੁਣ ਜੇ ਤੁਸੀਂ ਦੇਖੋ ਕਿ 1960-70 ਦੇ ਵਿੱਚ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਅਮਰੀਕਾ ਤੇ ਕੈਨੇਡਾ ਦੇ ਵਿੱਚ ਗੁਰੂ ਘਰ ਸੀਗੇ, ਉਹਨਾਂ ਦੀ ਮਰਿਆਦਾ ਬਹੁਤ ਬਦਲ ਗਈ ਸੀ। ਕਈ ਗੁਰੂ ਘਰਾਂ ਦੇ ਵਿੱਚ ਤਾਂ 1960 ਦੇ ਨੇੜੇ ਤੇੜੇ ਕੁਰਸੀਆਂ ਲੱਗੀਆਂ ਹੁੰਦੀਆਂ ਸੀ ਚਰਚ ਵਾਂਗੂ, ਤੇ ਸਾਰੇ ਹੀ ਲੋਕੀ ਨੰਗੇ ਸਿਰ ਬੈਠੇ ਹੁੰਦੇ ਸੀਗੇ। ਮੈਂ ਫੋਟੋਆਂ ਵੀ ਵੇਖੀਆਂ, ਇਹੋ ਜਿਹੀਆਂ ਫੋਟੋਆਂ ਵੀ ਮਿਲਦੀਆਂ ਨੇ। ਉਸ ਤੋਂ ਬਾਅਦ ਪੰਥ ਦੇ ਵਿੱਚ ਇੱਕ ਦੁਬਾਰਾ ਉਭਾਰ ਆਇਆ, ਇੱਕ ਪੁਨਰ ਸੁਰਜੀਤੀ ਹੋਈ, ਤੇ ਦੁਬਾਰਾ ਜਿਹੜੀ ਉਹ ਮਰਿਆਦਾ ਬਹਾਲ ਹੋਈ। ਨਹੀਂ ਤਾਂ ਜਿਹੜੇ ਜਦੋਂ ਇਹੋ ਜਿਹੇ ਪ੍ਰਭਾਵ ਪੈਣ ਲੱਗ ਜਾਂਦੇ, ਉਹ ਹੌਲੀ ਹੌਲੀ ਖੋਰੀ ਜਾਂਦੇ ਆ ਪੰਥ ਨੂੰ, ਤੇ ਪੰਥ ਦੀ ਜਿਹੜੀ ਸੁਤੰਤਰ ਹਸਤੀ ਹੈ ਉਹ ਖਤਰੇ 'ਚ ਪੈ ਜਾਂਦੀ ਹੈ। ਸੋ ਰਾਜਨੀਤਿਕ ਸ਼ਕਤੀ ਨਾ ਹੋਣ ਦਾ ਸਭ ਤੋਂ ਵੱਡਾ ਖਤਰਾ ਇਹ ਹੁੰਦਾ ਕਿ ਸੁਤੰਤਰ ਪਛਾਣ ਤੇ ਨਿਆਰੀ ਹਸਤੀ ਪੰਥ ਦੀ ਉਹਦੀ ਹੋਂਦ ਹੀ ਖਤਰੇ 'ਚ ਪੈ ਜਾਂਦੀ ਹੈ। ਸੋ ਜਿਹੜੀ ਇੱਕ ਬੇਨਤੀ ਹੈ, ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਅੱਜ ਸਾਡੇ ਵਾਸਤੇ ਪਹਿਲੀ ਗੱਲ ਹੈ ਜਿਹੜੀ ਉਹ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਵੱਲ ਨੂੰ ਵਧਣਾ। ਮੈਂ ਇਸ ਗੱਲ ਨਾਲ 100% ਸਹਿਮਤ ਹਾਂ ਕਿ ਇਹ ਸਾਡਾ ਅੱਜ ਪਹਿਲਾ ਫਰਜ਼ ਹੈ। ਉਹਦੇ ਨਾਲ ਜਿਹੜੀ ਦੂਜੀ ਗੱਲ ਹੈ ਉਹ ਇਹ ਹੈ ਵੀ ਜਿੰਨਾ ਚਿਰ, ਕਿਉਂਕਿ ਕਈ ਵਾਰੀ ਜਿਹੜੀ ਰਾਜਨੀਤਿਕ ਸੰਘਰਸ਼ ਹੁੰਦੇ ਆ ਉਹ ਕਈ ਵਾਰੀ ਬਹੁਤ ਲੰਮਾ ਸਮਾਂ ਲੱਗ ਜਾਂਦਾ ਉਹਨਾਂ ਨੂੰ। ਜਿਵੇਂ ਹੁਣ ਵੀ ਸਿੱਖਾਂ ਨੂੰ 150 ਸਾਲ ਤੋਂ ਉੱਪਰ ਹੋ ਗਿਆ ਸੰਘਰਸ਼ ਕਰਦਿਆਂ ਨੂੰ। ਸੋ ਸਾਨੂੰ ਨਹੀਂ ਪਤਾ ਵੀ ਹੋਰ ਕਿੰਨਾ ਟਾਈਮ ਲੱਗਣਾ। ਹੋ ਸਕਦਾ 100 ਸਾਲ ਲੱਗ ਜਾਵੇ, ਹੋ ਸਕਦਾ 200 ਸਾਲ ਲੱਗ ਜਾਵੇ, ਹੋ ਸਕਦਾ 50 ਸਾਲ ਹੀ ਲੱਗਣ। ਸੋ ਸਾਨੂੰ ਪਤਾ ਨਹੀਂ ਗਾ। ਸੋ ਜਿੰਨਾ ਚਿਰ ਪੰਥ ਹੈ ਜਿਹੜਾ ਉਹ ਰਾਜਨੀਤਿਕ ਗੁਲਾਮੀ ਵਾਲੀ ਅਵਸਥਾ 'ਚ ਹੈ, ਉਹਨਾਂ ਚਿਰ ਸਾਨੂੰ ਹੋਰ ਵੀ ਕਈ ਕਿਸਮ ਦੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਡਿਫੈਂਸ ਮੈਕੈਨਿਜ਼ਮਸ ਤਿਆਰ ਕਰਨੇ ਪੈਣੇ ਆ, ਜਿਨ੍ਹਾਂ ਨਾਲ ਜਿਹੜੀ ਨਿਆਰੀ ਹਸਤੀ ਆ ਪੰਥ ਦੀ ਉਹ ਬਰਕਰਾਰ ਰਵੇ। ਉਹਨੂੰ ਇਹ ਨਾ ਹੋਵੇ ਕਿ ਜਿੰਨਾ ਚਿਰ ਪੰਥ ਆ ਜਿਹੜਾ ਉਹ ਆਜ਼ਾਦ ਨਹੀਂ ਹੁੰਦਾ, ਉਹਨਾਂ ਚਿਰ ਉਹਨੂੰ ਖੋਰਾ ਹੀ ਲੱਗੀ ਜਾਵੇ ਜਾਂ ਉਹਦੇ 'ਚ ਹੋਰ ਵੱਧ ਤੋਂ ਵੱਧ ਤਰੇੜਾਂ ਪਈ ਜਾਣ। ਸੋ ਅੱਜ ਪਹਿਲੀ ਜ਼ਿੰਮੇਵਾਰੀ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਹੀ, ਭਾਵੇਂ ਆਪਾਂ ਕਿਸੇ ਵੀ ਧੜੇ ਨਾਲ ਸੰਬੰਧਿਤ ਹੋਈਏ, ਕਿਸੇ ਵੀ ਸੰਪਰਦਾ, ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਹੋਈਏ, ਬਹਿ ਕੇ ਇਹ ਸੋਚਣ ਦੀ ਲੋੜ ਹੈ ਕਿ ਪਹਿਲੀ ਤਾਂ ਗੱਲ ਜਿਹੜੀ ਇਹ ਦਫੇੜ ਪੈ ਰਹੀ ਹੈ ਆਧੁਨਿਕ ਵਿਆਖਿਆ ਪ੍ਰਣਾਲੀ ਤੇ ਸੰਪਰਦਾਇ ਵਿਆਖਿਆ ਪ੍ਰਣਾਲੀ ਦੇ ਵਿੱਚ, ਇਹਨੂੰ ਰੋਕਣਾ ਚਾਹੀਦਾ। ਤੇ ਇਹਨੂੰ ਰੋਕਣ ਦਾ ਇੱਕ ਹੀ ਤਰੀਕਾ ਹੈ ਕਿ ਸੰਗਤ ਦੇ ਵਿੱਚ ਇੱਕ ਇਹੋ ਜਿਹਾ ਕੋਈ ਪਲੇਟਫਾਰਮ ਤਿਆਰ ਹੋਵੇ ਜਿੱਥੇ ਦੋਵੇਂ ਤਰ੍ਹਾਂ ਦੇ ਬੰਦੇ ਆ ਕੇ ਇੱਕ ਵਧੀਆ ਮਾਹੌਲ ਦੇ ਵਿੱਚ ਵਿਚਾਰ ਵਟਾਂਦਰਾ ਕਰ ਸਕਣ। ਉਹਦੇ 'ਚੋਂ ਫਿਰ ਸੰਗਤ ਆ ਬਾਅਦ 'ਚ ਫੈਸਲਾ ਕਰੂਗੀ ਵੀ ਹਾਂ ਕਿਹੜੀ ਗੱਲ ਦੇ ਵਿੱਚ ਜ਼ਿਆਦਾ ਕਿਹੜੀ ਗੱਲ ਜ਼ਿਆਦਾ ਸੱਚੀ ਹੈ, ਤੇ ਫਿਰ ਉਹੀ ਗੱਲ ਆ ਜਿਹੜੀ ਉਹ ਹਾਵੀ ਹੋਊਗੀ। ਸੋ ਜਿਹੜੀ ਪਰੰਪਰਾਗਤ ਮੇਰੀ ਸਮਝ ਮੁਤਾਬਕ ਜਿਹੜੀ ਪਰੰਪਰਾਗਤ ਵਿਆਖਿਆ ਪ੍ਰਣਾਲੀ ਆ ਉਹ ਸਿੱਖੀ ਦੀ ਆਤਮਾ ਨਾਲ ਜ਼ਿਆਦਾ ਨਿਆਂ ਕਰਦੀ ਹੈ, ਉਹ ਸਿੱਖੀ ਦੀ ਰੂਹ ਦੇ ਜ਼ਿਆਦਾ ਨੇੜੇ ਆ ਪੰਥ ਦੀ। ਜਿਹੜੀ ਤਰਕ ਆਧਾਰਿਤ ਵਿਆਖਿਆ ਪ੍ਰਣਾਲੀ ਆ ਉਹ ਬੇਗਾਨੀ ਹੈ। ਸੋ ਉਹਨੂੰ ਕੇਅਰਫੁਲੀ ਅਡਾਪਟ ਕਰਨਾ, ਉਹਨੂੰ ਅਡਾਪਟ ਨਹੀਂ ਕਰਨਾ ਚਾਹੀਦਾ, ਉਹਨੂੰ ਕੇਅਰਫੁਲੀ ਹੈਂਡਲ ਕਰਨਾ ਚਾਹੀਦਾ, ਉਹਨੂੰ ਇੱਕ ਥੋੜ੍ਹੀ ਜਿਹੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਉਹ। ਪਰ ਜਿਹੜੇ ਪੰਥਕ ਵੀਰ ਸਾਡੇ ਉਹਦੇ ਨਾਲ ਸਹਿਮਤ ਹੋ ਚੁੱਕੇ ਆ, ਜਿਹੜੇ ਸਿਰਫ ਇਹੀ ਮੰਨਦੇ ਆ ਕਿ ਹਰ ਗੱਲ ਤਰਕ ਆਧਾਰਿਤ ਹੋਣੀ ਚਾਹੀਦੀ ਹੈ, ਉਹਨਾਂ ਨੂੰ ਸਮਝਾਉਣ ਦਾ ਸਾਨੂੰ ਕੋਈ ਤਰੀਕਾ ਜਿਹੜਾ ਉਹ ਬਣਾਉਣਾ ਪੈਣਾ। ਤੇ ਉਹਨਾਂ ਨੂੰ ਸਮਝਾਉਣ ਦਾ ਤਰੀਕਾ ਇਹੀ ਹੈ ਕਿ ਜਿਵੇਂ ਟਕਸਾਲ ਵਰਗੀਆਂ ਜਿਹੜੀਆਂ ਸੰਸਥਾਵਾਂ, ਜੇ ਉਹ ਆਪਦੇ ਪੁਰਾਣੇ ਜਲੌ ਨੂੰ ਦੁਬਾਰਾ ਹਾਸਲ ਕਰਨਗੀਆਂ ਤੇ ਉੱਥੋਂ ਜਿਹੜੇ ਨਵੇਂ ਪ੍ਰਚਾਰਕ ਪੈਦਾ ਹੋਣਗੇ, ਉਹਨਾਂ ਕੋਲੇ ਜਿਹੜੇ ਪੱਛਮੀ ਗਿਆਨ ਵੱਲੋਂ ਪੈਦਾ ਕੀਤੇ ਸ਼ੰਕੇ ਆ ਗੁਰਬਾਣੀ ਪ੍ਰਤੀ, ਜਾਂ ਜਿਹੜੇ ਇੰਟੈਲੈਕਚੁਅਲ ਪ੍ਰੈਸ਼ਰ ਦੇ ਅੰਡਰ ਲਏ ਗਏ ਫੈਸਲੇ ਆ, ਉਹਨਾਂ ਨੂੰ ਚੈਲੰਜ ਕਰਨ ਦੀ ਤਾਕਤ ਹੋਊਗੀ, ਫਿਰ ਹੀ ਕੁਝ ਹੋ ਸਕੂਗਾ। ਸੋ ਇਹ ਥੋੜਾ ਜਿਹਾ ਲੰਮਾ ਪ੍ਰੋਜੈਕਟ ਹੈ। ਸੋ ਆਸ ਆ ਮੈਨੂੰ ਬਈ ਜਿਹੜੇ ਪ੍ਰਬੰਧਕ ਹੈ ਇੱਥੇ ਉਹ ਇਸ ਪਾਸੇ ਵੱਲ ਨੂੰ ਕੋਸ਼ਿਸ਼ ਕਰਨਗੇ। ਸੋ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।